हाँ जी, ये अपनी 19 क्लास है, 19वीं क्लास है, ਪੈਡਾਗੋਜੀ ਆਫ ਸਾਇੰਸ ਐਜੂਕੇਸ਼ਨ ਸੈਕੰਡ ਈਅਰ ਸਾਇੰਸ ਦੀ ਜੀ ਈਟੀਟੀ ਦੀ। ਜੇਕਰ ਤੁਸੀਂ ਈਟੀਟੀ ਫਸਟ ਜਾਂ ਸੈਕੰਡ ਈਅਰ ਦੇ ਸਟੂਡੈਂਟ ਹੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਤੁਹਾਨੂੰ ਈਟੀਟੀ ਦੇ ਹਰੇਕ ਸਬਜੈਕਟ ਦੀਆਂ ਇੱਥੇ ਹੀ ਵੀਡੀਓ ਮਿਲ ਜਾਣਗੀਆਂ ਚੈਨਲ 'ਤੇ। ਹਾਂਜੀ, ਆਪਾਂ ਇਸ ਤੋਂ ਪਹਿਲਾਂ ਹੀ 18 ਕਲਾਸਾਂ ਕਰ ਚੁੱਕੇ ਹਾਂ ਸਾਇੰਸ ਦੀਆਂ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਦੇਖ ਲਓ ਜੀ। ਅਤੇ ਅੱਜ ਆਪਾਂ ਚੌਥੀ ਯੂਨਿਟ ਸ਼ੁਰੂ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਆਪਣੀਆਂ 3 ਯੂਨਿਟਾਂ ਇਸ ਦੀਆਂ ਪੂਰੀਆਂ ਹੋ ਚੁੱਕੀਆਂ ਨੇ ਜੀ। ਚੌਥੀ ਯੂਨਿਟ ਵਿੱਚ ਤੁਹਾਨੂੰ ਅੱਜ ਮੈਂ 4.21 ਵਿਗਿਆਨ ਦੀ ਸ਼੍ਰੇਣੀ ਵਿੱਚ ਲਿੰਗ ਭੇਦ, ਭਾਸ਼ਾ, ਸੱਭਿਆਚਾਰ ਅਤੇ ਬਰਾਬਰਤਾ ਦੇ ਮਸਲੇ, ਇਹ ਟੌਪਿਕ ਆਪਾਂ ਕਰਾਂਗੇ ਜੀ। ਹਰੇਕ ਯੂਨਿਟ ਵਿੱਚ ਤੁਹਾਨੂੰ ਦੱਸਿਆ ਹੀ ਪਹਿਲਾਂ ਹੀ 10 ਮਾਰਕਸ ਦਾ ਇੱਕ ਕੁਐਸਚਨ ਆਉਣਾ ਹੈ ਅਤੇ 4 ਕੁਐਸਚਨ ਆਉਂਦੇ ਹਨ ਜੋ ਜੀ 10-10 ਮਾਰਕਸ ਦੇ ਹਨ। 4 ਗੁਣਾ 10 40 ਮਾਰਕਸ ਦਾ ਤੁਹਾਨੂੰ ਦੱਸਿਆ ਹੀ ਕੰਮ ਵੱਡੇ ਕੁਐਸਚਨਾਂ ਦਾ ਆਉਣਾ ਹੀ। ਇਸ ਲੈਸਨ ਵਿੱਚ ਛੋਟੇ ਕੁਐਸਚਨ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਵੱਡੇ ਕੁਐਸਚਨ ਇੱਕ ਜ਼ਰੂਰੀ ਆਉਣਾ ਜੀ, 2 ਕੁਐਸਚਨ ਆਉਣੇ ਹਨ, ਇੱਕ ਕਰਨਾ ਹੁੰਦਾ ਹੈ, ਤੁਹਾਨੂੰ ਪਤਾ ਹੈ ਜਾਂ ਵਾਲਾ। ਜਿਵੇਂ ਤੁਸੀਂ ਪੇਪਰ ਵੇਖਿਆ, ਪੇਪਰ ਵਾਲੀ ਵੀਡੀਓ ਵੇਖੀ ਹੋਵੇਗੀ, ਉਹਦੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਜੀ। ਹਾਂਜੀ, ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਇਸ ਵੀਡੀਓ 'ਚ ਆਪਾਂ ਕਰਾਂਗੇ ਜੀ ਵਿਗਿਆਨ ਦੀ ਸ਼੍ਰੇਣੀ ਵਿੱਚ ਲਿੰਗ ਭੇਦ, ਭਾਸ਼ਾ, ਸੱਭਿਆਚਾਰ ਅਤੇ ਬਰਾਬਰਤਾ ਦੇ ਮਸਲੇ। ਅਤੇ 20ਵੀਂ ਵੀਡੀਓ 'ਚ ਆਪਾਂ ਕਰਾਂਗੇ ਜੀ ਵਿਗਿਆਨ ਬਰਾਬਰੀਕਰਨ ਦੇ ਸਾਧਨ ਵਜੋਂ। 21ਵੀਂ ਵੀਡੀਓ 'ਚ ਆਪਾਂ ਕਰਾਂਗੇ ਜੀ ਲੋਕਤੰਤਰੀ ਵਿਗਿਆਨ ਦੀ ਸਿੱਖਿਆ, ਆਲੋਚਨਾਤਮਕ ਸਿੱਖਿਆ ਸ਼ਾਸਤਰ, ਆਲੋਚਨਾਤਮਕ ਸਿੱਖਿਆ ਸ਼ਾਸਤਰ ਵਿੱਚ ਅਧਿਆਪਕ ਦੀ ਭੂਮਿਕਾ। 22ਵੀਂ ਵੀਡੀਓ 'ਚ ਆਪਾਂ ਕਰਾਂਗੇ ਜੀ ਵਿਗਿਆਨ ਸਿੱਖਿਆ ਦਾ ਲੋਕਤੰਤਰੀਕਰਨ, ਕ੍ਰਾਂਤਿਕ, ਪੜਚੋਲਕ, ਆਲੋਚਨਾਤਮਕ ਸਿੱਖਿਆ ਸ਼ਾਸਤਰੀ। ਅਤੇ ਲਾਸਟ ਜੋ 23ਵੀਂ ਵੀਡੀਓ 'ਚ ਕਰਾਂਗੇ ਵਿਗਿਆਨ ਅਤੇ ਸਮਾਜ ਦਾ ਅੰਤਰ ਸੰਬੰਧ, ਸਿਹਤ ਲਈ ਵਿਗਿਆਨ, ਅਮਨ ਲਈ ਵਿਗਿਆਨ, ਵਾਤਾਵਰਨ ਲਈ ਵਿਗਿਆਨ, ਖੇਤੀਬਾੜੀ ਲਈ ਵਿਗਿਆਨ। ਇਹ ਜੋ ਕੁਐਸਚਨ ਹੈ ਜੀ, ਇਹ 10 ਮਾਰਕਸ 'ਚ ਪਿਛਲੇ ਪੇਪਰ 'ਚ ਆਇਆ ਸੀ। ਤੁਸੀਂ ਇੱਥੇ ਪੇਪਰ ਦੇਖ ਲਓ, ਮੇਰੇ ਚੈਨਲ 'ਤੇ ਵੀਡੀਓ ਪਾਈ ਹੋਈ ਹੈ ਪ੍ਰੀਵੀਅਸ ਈਅਰ ਪੇਪਰ ਵਾਲੀ, ਉਹ ਦੇਖ ਸਕਦੇ ਹੋ ਤੁਸੀਂ ਇਸ ਲਈ। ਹਾਂਜੀ, ਸਭ ਲਈ ਵਿਗਿਆਨ ਚੌਥੀ ਯੂਨਿਟ ਜੋ ਵਿਗਿਆਨ ਦੀ ਸ਼੍ਰੇਣੀ ਵਿੱਚ ਲਿੰਗ ਭੇਦ, ਭਾਸ਼ਾ, ਸੱਭਿਆਚਾਰ ਅਤੇ ਬਰਾਬਰਤਾ ਦੇ ਮਸਲੇ। ਹਾਂਜੀ, ਭਾਰਤ ਵਿਭਿੰਨਤਾਵਾਂ ਭਰਿਆ ਦੇਸ਼ ਹੈ। ਤੁਹਾਨੂੰ ਪਤਾ ਹੀ ਹੈ ਭਾਰਤ ਜੋ ਹੈ ਵਿਭਿੰਨਤਾਵਾਂ ਭਰਿਆ ਦੇਸ਼ ਹੈ। ਇਹਨਾਂ ਵਿਭਿੰਨਤਾਵਾਂ ਦਾ ਆਧਾਰ ਧਰਮ, ਜਾਤੀ, ਨਸਲ, ਭਾਸ਼ਾ ਅਤੇ ਸਮਾਜਿਕ ਪਰੰਪਰਾਵਾਂ ਹਨ। ਹਾਂਜੀ, ਤੁਹਾਨੂੰ ਪਤਾ ਹੀ ਆਪਣੇ ਦੇਸ਼ ਵਿੱਚ ਕਿੰਨੇ ਧਰਮ ਹਨ, ਜਾਤੀਆਂ ਹਨ, ਭਾਸ਼ਾ ਵੀ ਤੁਹਾਨੂੰ ਪਤਾ ਹੀ 22 ਭਾਸ਼ਾ ਨੂੰ ਰਾਸ਼ਟਰੀ ਮਾਨਤਾ ਮਿਲੀ ਹੋਈ ਅਤੇ ਸਮਾਜਿਕ ਪਰੰਪਰਾਵਾਂ ਹਨ। ਇਹ ਵਿਭਿੰਨਤਾਵਾਂ ਸਾਡੇ ਸਮਾਜ ਵਿੱਚੋਂ ਦੀ ਹੁੰਦਿਆਂ ਹੋਇਆ ਸਾਡੇ ਸਕੂਲਾਂ ਅਤੇ ਸ਼੍ਰੇਣੀ ਕਮਰੇ ਤੱਕ ਪਹੁੰਚਦੀਆਂ ਹਨ। ਹਾਂਜੀ, ਸਾਡੇ ਸਕੂਲ ਵਿੱਚ ਵੀ ਅਲੱਗ-ਅਲੱਗ ਧਰਮਾਂ ਦੇ, ਤੁਹਾਨੂੰ ਪਤਾ, ਜਾਤੀਆਂ ਦੇ ਬੱਚੇ ਪੜ੍ਹਦੇ ਹਨ। ਸਾਡੀਆਂ ਸ਼੍ਰੇਣੀਆਂ ਵਿੱਚ ਬੈਠੇ ਬੱਚੇ ਵੀ ਬਹੁਤ ਸਾਰੇ ਪੱਖਾਂ ਤੋਂ ਇੱਕ ਦੂਸਰੇ ਨਾਲੋਂ ਵਿਭਿੰਨ ਹੁੰਦੇ ਹਨ। ਹਰ ਬੱਚੇ ਦੀ ਸਿੱਖਣ ਦੀ ਆਪਣੀ ਸਮੱਸਿਆ ਹੋ ਸਕਦੀ, ਹਰ ਬੱਚੇ ਦੀ ਸਿੱਖਣ ਦੀ ਆਪਣੀ ਸਮੱਸਿਆ ਹੋ ਸਕਦੀ ਹੈ। ਇਹ ਸਮੱਸਿਆ ਦਾ ਆਧਾਰ ਭਾਸ਼ਾ ਹੋ ਸਕਦਾ ਜੀ, ਲਿੰਗ ਭੇਦ ਹੋ ਸਕਦਾ, ਆਰਥਿਕ ਅਤੇ ਸੱਭਿਆਚਾਰਕ ਪੜਛੇਵਾਂ ਹੋ ਸਕਦਾ ਜੀ। ਬੱਚਿਆਂ ਵਿੱਚ ਬਹੁਤ ਸਾਰੇ ਪਹਿਲੀ ਪੀੜ੍ਹੀ ਦੇ ਸਿੱਖਿਆਰਥੀ ਹੋ ਸਕਦੇ ਹਨ ਜਿਨ੍ਹਾਂ ਦੀਆਂ ਸਿੱਖਣ ਸੰਬੰਧੀ ਵੱਖਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਜੇਕਰ ਅਸੀਂ ਸਾਰੇ ਬੱਚਿਆਂ ਨੂੰ ਇੱਕੋ ਜਿਹੀ ਗੁਣਵੱਤਾ ਭਰੀ ਸਿੱਖਿਆ ਦੇਣੀ ਹੈ, ਸਾਨੂੰ ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਵਿਗਿਆਨ ਦੀ ਸਿੱਖਿਆ ਨੂੰ ਸਮਾਜਿਕ ਬਦਲਾਅ ਅਤੇ ਸਮਾਜੀ ਆਰਥੀ ਪਾੜੇ ਨੂੰ ਘਟਾਉਣ ਲਈ ਇੱਕ ਸਾਧਨ ਵਜੋਂ ਵਰਤਣਾ ਪਵੇਗਾ ਜੀ। ਵਿਗਿਆਨ ਲਿੰਗ ਭੇਦ, ਜਾਤੀ, ਧਰਮ, ਭਾਸ਼ਾ ਦੀ ਮਸਲਿਆਂ ਨੂੰ ਸੁਲਝਾਉਣ ਵਿੱਚ ਸਾਡੀ ਮਦਦ ਕਰ ਸਕਦਾ ਹੈ। ਹਰ ਬੱਚੇ ਲਈ ਵਧੀਆ ਸਿੱਖਿਆ ਯਕੀਨੀ ਬਣਾਉਣ ਲਈ ਸਾਨੂੰ ਵਿਭਿੰਨਤਾ ਦਾ ਸਤਿਕਾਰ ਕਰਨਾ ਹੋਵੇਗਾ, ਇਸ ਨੂੰ ਮਾਨਤਾ ਦੇਣੀ ਹੋਵੇਗੀ ਤਾਂ ਜੋ ਹਰ ਬੱਚੇ ਦਾ ਸਵੈਮਾਨ ਕਾਇਮ ਰਹਿ ਸਕੇ, ਭਾਵੇਂ ਉਹ ਕਿਸੇ ਵੀ ਜਾਤੀ, ਧਰਮ, ਲਿੰਗ, ਖੇਤਰ ਜਾਂ ਪਿਛੋਕੜ ਨਾਲ ਸੰਬੰਧਿਤ ਹੋਵੇ। ਬੱਚੇ ਦੀ ਵਿਸ਼ੇਸ਼ਤਾ ਅਤੇ ਵੱਖਰੇਪਨ ਉਸ ਦੇ ਸਿੱਖਣ ਵਿੱਚ ਰੁਕਾਵਟ ਨਾ ਬਣੇ। ਬੱਚੇ ਦੀ ਵਿਸ਼ੇਸ਼ਤਾ ਅਤੇ ਵੱਖਰਾਪਨ ਉਸ ਦੇ ਸਿੱਖਣ ਵਿੱਚ ਰੁਕਾਵਟ ਨਾ ਬਣੇ, ਸਗੋਂ ਫਾਇਦੇਮੰਦ ਸਾਬਤ ਹੋਵੇ। ਵਿਗਿਆਨ ਦੀ ਸ਼੍ਰੇਣੀ ਵਿੱਚ ਬੱਚਿਆਂ ਦੇ ਸਿੱਖਣ ਅਤੇ ਉਹਨਾਂ ਦੀ ਲਿੰਗ ਭੇਦ, ਭਾਸ਼ਾ ਅਤੇ ਸੱਭਿਆਚਾਰ ਆਦਿ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ। ਹਾਂਜੀ, ਜੋ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ। ਇਹ ਆਪਾਂ ਕਰਦੇ ਹਾਂ। ਪਹਿਲਾਂ ਆਪਾਂ ਇਹ ਪੈਰਾ ਹੀ ਪੜ੍ਹ ਲਈਏ ਇੱਕ ਵਾਰੀ ਦੁਬਾਰਾ ਤੋਂ, ਕੀ ਸੀ ਇਸ ਪੈਰੇ ਵਿੱਚ ਤੁਹਾਨੂੰ ਦੱਸ ਦੇਵਾਂ ਫਿਰ ਦੁਬਾਰਾ ਹੀ। ਭਾਰਤ ਤੁਹਾਨੂੰ ਪਤਾ ਹੀ ਵਿਭਿੰਨਤਾਵਾਂ ਭਰਿਆ ਦੇਸ਼ ਹੈ ਜੀ। ਭਾਰਤ ਵਿੱਚ ਅਲੱਗ-ਅਲੱਗ ਧਰਮਾਂ, ਜਾਤੀ, ਨਸਲ, ਭਾਸ਼ਾ ਅਤੇ ਸਮਾਜਿਕ ਪਰੰਪਰਾਵਾਂ ਨਹੀਂ। ਇਹ ਵਿਭਿੰਨਤਾਵਾਂ ਸਾਡੇ ਸਮਾਜ ਵਿੱਚ ਦੇ ਹੁੰਦੇ ਹੋਏ ਸਕੂਲਾਂ ਵਿੱਚ ਵੀ ਆ ਜਾਂਦੇ ਨੇ, ਆਪਣੇ ਸ਼੍ਰੇਣੀ ਕਮਰਿਆਂ ਤੱਕ ਪਹੁੰਚਦੇ ਹਨ। ਸਾਡੀਆਂ ਸ਼੍ਰੇਣੀਆਂ ਵਿੱਚ ਬੈਠੇ ਬੱਚੇ ਵੀ ਬਹੁਤ ਸਾਰੇ ਪੱਖਾਂ ਤੋਂ ਇੱਕ ਦੂਜੇ ਨਾਲ ਵਿਭਿੰਨ ਹੁੰਦੇ ਹਨ। ਹਰ ਬੱਚੇ ਦੀ ਸਿੱਖਣ ਦੀ ਆਪਣੀ ਸਮੱਸਿਆ ਹੋ ਸਕਦੀ ਹੈ ਜੀ। ਇਸ ਸਮੱਸਿਆ ਦਾ ਆਧਾਰ ਕੀ ਹੋ ਸਕਦਾ ਜੀ? ਭਾਸ਼ਾ ਵੀ ਹੋ ਸਕਦਾ, ਲਿੰਗ ਭੇਦ, ਆਰਥਿਕ ਅਤੇ ਸੱਭਿਆਚਾਰਕ ਪੜਛੇਵਾਂ ਵੀ ਹੋ ਸਕਦਾ ਜੀ। ਬੱਚਿਆਂ ਵਿੱਚ ਬਹੁਤ ਸਾਰੇ ਪਹਿਲੀ ਪੀੜ੍ਹੀ ਦੇ ਸਿੱਖਿਆਰਥੀ ਹੋ ਸਕਦੇ ਹਨ
ਜਿਨ੍ਹਾਂ ਦੀਆਂ ਸਿੱਖਣ ਸੰਬੰਧੀ ਵੱਖਰੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਅਸੀਂ ਸਾਰੇ ਬੱਚਿਆਂ ਨੂੰ ਇੱਕੋ ਜਿਹੀ ਗੁਣਵੱਤਾ ਭਰੀ ਸਿੱਖਿਆ ਦੇਣੀ ਹੈ ਤਾਂ ਸਾਨੂੰ ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਹੀ। ਵਿਗਿਆਨ ਦੀ ਸਿੱਖਿਆ ਨੂੰ ਸਮਾਜਿਕ ਬਦਲਾਅ ਅਤੇ ਸਮਾਜੀ ਆਰਥਿਕ ਪਾੜੇ ਨੂੰ ਘਟਾਉਣ ਲਈ ਇੱਕ ਸਾਧਨ ਵਜੋਂ ਵਰਤਣਾ ਪਵੇਗਾ। ਵਿਗਿਆਨ ਲਿੰਗ ਭੇਦ, ਜਾਤੀ, ਧਰਮ, ਭਾਸ਼ਾ ਆਦਿ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ। ਹਰ ਬੱਚੇ ਲਈ ਵਧੀਆ ਸਿੱਖਿਆ ਯਕੀਨੀ ਬਣਾਉਣ ਲਈ ਸਾਨੂੰ ਵਿਭਿੰਨਤਾ ਦਾ ਸਤਿਕਾਰ ਕਰਨਾ ਹੋਵੇਗਾ, ਇਸ ਨੂੰ ਮਾਨਤਾ ਦੇਣੀ ਹੋਵੇਗੀ ਤਾਂ ਜੋ ਹਰ ਬੱਚੇ ਦਾ ਸਵੈਮਾਨ ਕਾਇਮ ਰਹਿ ਸਕੇ, ਭਾਵੇਂ ਉਹ ਕਿਸੇ ਵੀ ਜਾਤੀ, ਧਰਮ, ਲਿੰਗ, ਖੇਤਰ ਜਾਂ ਪਿਛੋਕੜ ਨਾਲ ਸੰਬੰਧਿਤ ਹੋਵੇ। ਬੱਚੇ ਦੀ ਵਿਸ਼ੇਸ਼ਤਾ ਅਤੇ ਵੱਖਰਾਪਨ ਉਸ ਦੇ ਸਿੱਖਣ ਵਿੱਚ ਰੁਕਾਵਟ ਨਾ ਬਣੇ, ਸਗੋਂ ਹੀ ਫਾਇਦੇਮੰਦ ਸਾਬਤ ਹੋਵੇ। ਵਿਗਿਆਨ ਦੀ ਸ਼੍ਰੇਣੀ ਵਿੱਚ ਬੱਚਿਆਂ ਦੇ ਸਿੱਖਣ ਅਤੇ ਉਹਨਾਂ ਦੀ ਲਿੰਗ ਭੇਦ, ਭਾਸ਼ਾ ਅਤੇ ਸੱਭਿਆਚਾਰ ਆਦਿ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ। ਪਹਿਲੀ ਜੋ ਸਮੱਸਿਆ ਹੈ, ਪੁਆਇੰਟ ਨੰਬਰ 1, ਲਿੰਗ ਭੇਦ ਅਤੇ ਵਿਗਿਆਨਿਕ ਸਿੱਖਿਆ। ਤੁਹਾਨੂੰ ਮੈਂ ਪਹਿਲਾਂ ਵੀ ਕਹਿ ਚੁੱਕਾ ਜੀ, ਜੋ ਵੱਡੇ ਕੁਐਸਚਨ ਹਨ 10 ਨੰਬਰ ਦੇ, ਇਹਨਾਂ ਦੇ ਪੁਆਇੰਟ ਤੁਸੀਂ ਕਾਪੀਆਂ 'ਤੇ ਲਿਖ ਕੇ ਕਰ ਲਿਆ ਕਰੋ ਜੀ ਯਾਦ, ਕਿਉਂਕਿ ਪੁਆਇੰਟ ਲਿਖਣੇ ਬਹੁਤ ਜ਼ਰੂਰੀ ਹਨ ਵਧੀਆ ਤਰੀਕੇ ਨਾਲ। ਅੰਦਰ ਤੁਸੀਂ ਥੋੜ੍ਹਾ ਜਿਹਾ ਆਪਣੀ ਲੈਂਗੁਏਜ ਵਿੱਚ ਵੀ ਲਿਖ ਸਕਦੇ ਹੋ ਜੀ। ਪੁਆਇੰਟ ਦਾ ਜੋ ਨਜ਼ਰੀਆ ਹੈ ਉਹ ਐਗਜ਼ਾਮ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਪੁਆਇੰਟ ਨੂੰ ਐਗਜ਼ਾਮੀਨਰ ਬਹੁਤ ਹੀ ਧਿਆਨ ਨਾਲ ਵੇਖਦਾ ਜੀ। ਅੰਦਰ ਜੋ ਲਿਖਿਆ ਉਸ ਨੂੰ ਜ਼ਿਆਦਾ ਧਿਆਨ ਨਾਲ ਕਈ ਵਾਰੀ ਨਹੀਂ ਵੇਖਦੇ ਜੀ ਐਗਜ਼ਾਮੀਨਰ। ਲਿੰਗ ਭੇਦ ਅਤੇ ਵਿਗਿਆਨ ਸਿੱਖਿਆ। ਸਾਡੇ ਸਮਾਜਿਕ ਜੀਵਨ ਵਾਂਗ ਸਿੱਖਿਆ ਦੇ ਖੇਤਰ ਵਿੱਚ ਵੀ ਕੁੜੀਆਂ ਦੀ ਸਿੱਖਿਆ, ਖਾਸ ਤੌਰ 'ਤੇ ਵਿਗਿਆਨ ਅਤੇ ਤਕਨੋਲੋਜੀ ਦੀ ਸਿੱਖਿਆ ਪ੍ਰਤੀ ਸਾਡੀ ਸੋਚ ਪੱਖਪਾਤ ਦੀ ਸ਼ਿਕਾਰ ਹੈ। ਜਦੋਂ ਵੀ ਅਸੀਂ ਕਿਸੇ ਵਿਗਿਆਨੀ ਬਾਰੇ ਸੋਚਦੇ ਹਾਂ, ਇੱਕ ਔਰਤ ਦੇ ਵਿਗਿਆਨੀ ਹੋਣ ਬਾਰੇ ਸਾਡੇ ਦਿਮਾਗ ਵਿੱਚ ਬਹੁਤ ਹੀ ਘੱਟ ਖਿਆਲ ਆਉਂਦਾ ਹੈ। ਇਸ ਖੇਤਰ ਵਿੱਚ ਹੋਈਆਂ ਖੋਜਾਂ ਇਹ ਦਰਸਾਉਂਦੀਆਂ ਹਨ ਕਿ ਲਿਖਤੀ ਕਾਰਜ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਬਿਹਤਰ ਸਾਬਤ ਹੁੰਦੀਆਂ ਹਨ। ਇਸ ਦਾ ਕਾਰਨ ਪ੍ਰਯੋਗੀ ਕੰਮ ਵਿੱਚ ਉਹਨਾਂ ਦੀ ਅਯੋਗਤਾ ਨਹੀਂ ਹੈ, ਸਗੋਂ ਸਾਡੀ ਸੋਚ ਹੈ, ਜਿਸ ਵਿੱਚ ਅਸੀਂ ਇਹ ਸੋਚਦੇ ਹਾਂ ਕਿ ਕੁੜੀਆਂ ਪ੍ਰਯੋਗੀ ਕੰਮ ਵਿੱਚ ਮੁੰਡਿਆਂ ਨਾਲੋਂ ਬਿਹਤਰ ਨਹੀਂ ਹੋ ਸਕਦੀਆਂ। ਇਸ ਸੋਚ ਨੂੰ ਬਦਲਣ ਦੀ ਲੋੜ ਹੈ। ਸਾਇੰਸ ਦੇ ਖੇਤਰ ਵਿੱਚ ਮਾਹਿਰਾਂ ਅਤੇ ਖੋਜਾਰਥੀਆਂ ਵਿੱਚ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਸਥਿਤੀ ਕਾਰਨ ਸਾਇੰਸ ਦੀ ਖੋਜ ਇੱਕ ਬੰਦ ਕਮਰੇ ਵਾਂਗ ਹੋ ਗਈ ਹੈ, ਜਿਸ ਵਿੱਚ ਨਵੀਂ ਅਤੇ ਵੱਖਰੀ ਵਿਚਾਰਧਾਰਾ ਦੀ ਅਣਹੋਂਦ ਹੈ। ਔਰਤਾਂ ਨੂੰ ਸਾਇੰਸ ਦੇ ਖੇਤਰ ਤੋਂ ਬਾਹਰ ਰੱਖਣ ਦਾ ਮਤਲਬ ਹੈ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਵਿਗਿਆਨ ਸਿੱਖਿਆ ਤੋਂ ਦੂਰ ਰੱਖਣਾ। ਹਾਂਜੀ, ਲਿੰਗ ਭੇਦ ਤੁਹਾਨੂੰ ਪਤਾ ਹੈ, ਇਹ ਕੁੜੀਆਂ ਨੂੰ ਅੱਗੇ ਨਹੀਂ ਆਉਣ ਦਿੰਦੇ। ਸਾਇੰਸ ਦੇ ਮਾਮਲੇ ਵਿੱਚ ਆਪਣੀ ਇੱਕ ਸੋਚ ਬਣੀ ਹੋਈ ਹੈ ਕਿ ਜਦੋਂ ਵੀ ਆਪਾਂ ਸਾਇੰਟਿਸਟ ਬਾਰੇ ਕਿਸੇ ਬਾਰੇ ਸੋਚਦੇ ਹਾਂ ਤਾਂ ਆਪਣੇ ਦਿਮਾਗ ਵਿੱਚ ਕੋਟ ਪੈਂਟ ਪਾਇਆ ਇੱਕ ਆਦਮੀ ਹੀ ਨਜ਼ਰ ਆਵੇਗਾ। ਔਰਤ ਹੋਣ ਦਾ ਖਿਆਲ ਬਹੁਤ ਹੀ ਘੱਟ ਹੈ ਜੀ ਸਾਡੇ ਦਿਮਾਗ ਵਿੱਚ। ਇਸ ਖੇਤਰ ਵਿੱਚ ਹੋਈਆਂ ਖੋਜਾਂ ਵੀ ਦੱਸਦੀਆਂ ਹਨ ਕਿ ਲਿਖਤੀ ਕਾਰਜ ਵਿੱਚ ਕੁੜੀਆਂ ਮੁੰਡੇ ਨਾਲੋਂ ਜ਼ਿਆਦਾ ਬਿਹਤਰ ਸਾਬਤ ਹੁੰਦੀਆਂ ਹਨ। ਇਸ ਦਾ ਕਾਰਨ ਪ੍ਰਯੋਗੀ ਕੰਮ ਵਿੱਚ ਉਹਨਾਂ ਦੀ ਯੋਗਤਾ ਨਹੀਂ, ਮਤਲਬ ਪ੍ਰਯੋਗੀ ਕੰਮ ਵਿੱਚ ਉਹ ਪਿਛੜੀਆਂ ਨਹੀਂ ਹਨ, ਸਗੋਂ ਸਾਡੀ ਸੋਚ ਹੀ ਇਹ ਹੈ ਕਿ ਆਪਾਂ ਸੋਚਦੇ ਹਾਂ ਕਿ ਕੁੜੀਆਂ ਪ੍ਰੈਕਟੀਕਲ ਕੰਮ ਵਿੱਚ ਮੁੰਡਿਆਂ ਨਾਲੋਂ ਬਿਹਤਰ ਨਹੀਂ ਹੋ ਸਕਦੀਆਂ। ਇਹ ਆਪਣੀ ਜੋ ਸੋਚ ਪੁਰਾਣੀ ਬਣੀ ਹੋਈ ਹੈ ਜੀ, ਇਸ ਨੂੰ ਬਦਲਣ ਦੀ ਲੋੜ ਹੈ। NCF 2005 ਵਿੱਚ ਇਹ ਜ਼ੋਰਦਾਰ ਸਿਫਾਰਿਸ਼ ਕੀਤੀ ਕਿ ਇਹ ਵਿਗਿਆਨ ਦਾ ਪਾਠਕ੍ਰਮ ਅਜਿਹਾ ਹੋਣਾ ਚਾਹੀਦਾ ਜਿਹੜਾ ਲਿੰਗ ਭੇਦਭਾਵ ਤੋਂ ਮੁਕਤ ਹੋਵੇ ਅਤੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਤਰਜੀਹ ਦਿੰਦਾ ਹੋਵੇ। ਹਾਂਜੀ, NCF 2005 ਜੋ ਆਇਆ ਸੀ, ਨੈਸ਼ਨਲ ਕਰੀਕੂਲਮ ਫਰੇਮਵਰਕ ਇਸ ਦੀ ਫੁੱਲ ਫਾਰਮ ਹੈ, ਅਤੇ ਇਹਦੇ ਵਿੱਚ ਕਿਹਾ ਗਿਆ ਸੀ ਲਿੰਗ ਭੇਦ ਤੋਂ ਮੁਕਤ ਹੋਵੇ ਜੋ ਵੀ ਵਿਗਿਆਨ ਦਾ ਪਾਠਕ੍ਰਮ ਹੋਣਾ ਚਾਹੀਦਾ, ਕੁੜੀਆਂ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਆ ਮੁੰਡਿਆਂ ਦੇ। ਪਾਠਕ੍ਰਮ ਦੇ ਨਾਲ ਨਾਲ ਅਧਿਆਪਕ ਦੀ ਵੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਪ੍ਰੀ ਸਰਵਿਸ ਟ੍ਰੇਨਿੰਗ ਅਤੇ ਇਨ ਸਰਵਿਸ ਟ੍ਰੇਨਿੰਗ ਦੇ ਦੌਰਾਨ ਲਿੰਗ ਭੇਦ ਦੇ ਮਸਲੇ ਪ੍ਰਤੀ ਅਧਿਆਪਕਾਂ ਵਿੱਚ ਸੰਵੇਦਨਸ਼ੀਲਤਾ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲੜਕੀਆਂ ਦੇ ਮਾਪਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀਆਂ ਲੜਕੀਆਂ ਨੂੰ ਵਿਗਿਆਨ ਅਤੇ ਤਕਨੋਲੋਜੀ ਦੀ ਸਿੱਖਿਆ ਗ੍ਰਹਿਣ ਕਰਨ ਦੇ ਵੱਧ ਤੋਂ ਵੱਧ ਮੌਕੇ ਦੇਣ। ਮੁੱਢਲੀ ਕਲਾਸ ਵਿੱਚ ਸਾਇੰਸ ਪੜ੍ਹਾਉਣ ਸਮੇਂ ਕੋਈ ਵੀ ਅਜਿਹੀ ਉਦਾਹਰਨ ਜਾਂ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਿਸ ਨਾਲ ਇਹ ਲੱਗੇ ਕਿ ਸਿਰਫ ਮੁੰਡੇ ਹੀ ਵਿਗਿਆਨ ਦਾ ਵਿਸ਼ਾ ਪੜ੍ਹ ਸਕਦੇ ਹਨ। ਹਾਂਜੀ, ਕਹਿੰਦੇ ਅਧਿਆਪਕ ਨੂੰ ਵੀ ਆਪਣੀ ਸੋਚ ਬਦਲਣ ਦੀ ਲੋੜ ਹੈ। ਅਧਿਆਪਕ ਨੂੰ ਕੋਈ ਵੀ ਕਲਾਸ ਵਿੱਚ ਐਵੇਂ ਦਾ ਸ਼ਬਦ ਨਹੀਂ ਵਰਤਣਾ ਚਾਹੀਦਾ, ਉਦਾਹਰਨ ਜਾਂ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਿਰਫ ਇਹ ਲੱਗੇ ਕਿ ਮੁੰਡੇ ਹੀ ਵਿਗਿਆਨ ਦਾ ਵਿਸ਼ਾ ਪੜ੍ਹ ਸਕਦੇ ਹਨ। ਪਾਠਕ੍ਰਮ ਵਿੱਚ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਔਰਤਾਂ ਦੇ ਯੋਗਦਾਨ ਨੂੰ ਉਭਾਰਨਾ ਚਾਹੀਦਾ ਹੈ। ਟੀਚਰ, ਐਜੂਕੇਟਰ, ਵਿੱਦਿਅਕ ਅਧਿਕਾਰੀਆਂ ਅਤੇ ਪਾਠ ਪੁਸਤਕਾਂ ਦੇ ਲੇਖਕਾਂ ਨੂੰ ਜ਼ਿਆਦਾ ਸੰਵੇਦਨਸ਼ੀਲ ਬਣਾਉਣਾ ਚਾਹੀਦਾ ਹੈ ਤਾਂ ਜੋ ਲਿੰਗ ਭੇਦ ਨਾਲ ਸੰਬੰਧਿਤ ਮਸਲਿਆਂ ਪ੍ਰਤੀ ਜ਼ਿੰਮੇਵਾਰੀ ਨਾਲ ਕੰਮ ਕਰ ਸਕਣ। ਕਿਸੇ ਵੀ ਵਿਦਿਆਰਥੀ ਦਾ ਲੜਕਾ ਜਾਂ ਲੜਕੀ ਹੋਣਾ ਕਿਸੇ ਤਰ੍ਹਾਂ ਉਸਦੇ ਸਿੱਖਣ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ ਜੀ। ਸੋ ਸ਼੍ਰੇਣੀ ਕਮਰੇ ਵਿੱਚ ਬੱਚਿਆਂ ਨੂੰ ਵਿਗਿਆਨ ਪੜ੍ਹਾਉਣ ਸਮੇਂ ਸਕੂਲ ਵਿੱਚ ਉਹਨਾਂ ਨਾਲ ਵਿਚਰਦੇ ਸਮੇਂ ਅਧਿਆਪਕ ਨੂੰ ਲਿੰਗ ਭੇਦ ਮਸਲੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ। ਮੁੰਡੇ ਅਤੇ ਕੁੜੀਆਂ ਨੂੰ ਕੰਮ ਦੀ ਵੰਡ ਕਰਦੇ ਸਮੇਂ ਬਰਾਬਰ ਤਰਜੀਹ ਦੇਣੀ ਚਾਹੀਦੀ ਹੈ।
ਸ਼੍ਰੇਣੀ ਅਤੇ ਸਕੂਲ ਦੇ ਕੰਮਾਂ ਵਿੱਚ ਇਸ ਤਰ੍ਹਾਂ ਦੀ ਵੰਡ ਬਿਲਕੁਲ ਨਹੀਂ ਕਰਨੀ ਚਾਹੀਦੀ ਕਿ ਇਹ ਕੰਮ ਸਿਰਫ ਮੁੰਡੇ ਹੀ ਕਰ ਸਕਦੇ ਹਨ ਜਾਂ ਸਿਰਫ ਕੁੜੀਆਂ ਹੀ ਕਰ ਸਕਦੀਆਂ ਹਨ। ਦੋਵਾਂ ਨੂੰ ਵਿਗਿਆਨ ਅਤੇ ਸਕੂਲ ਦੇ ਕੰਮ ਵਿੱਚ ਬਰਾਬਰ ਮੌਕੇ ਦੇਣੇ ਚਾਹੀਦੇ ਹਨ ਜੀ। ਹਾਂਜੀ, ਆਪਣਾ ਪਹਿਲਾ ਪੁਆਇੰਟ ਜੋ ਲਿੰਗ ਭੇਦ ਵਾਲਾ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੈ। ਲਿੰਗ ਭੇਦ ਜੋ ਮੁੰਡਿਆਂ ਅਤੇ ਕੁੜੀਆਂ ਵਿੱਚ ਵਿਤਕਰਾ ਚੱਲਦਾ ਆ ਰਿਹਾ ਹੈ। ਕਈ ਲੋਕ ਸੋਚਦੇ ਹਨ, ਜਿਨ੍ਹਾਂ ਦੀ ਸੋਚ ਪੁਰਾਣੀ ਹੈ ਜੀ, ਉਹ ਸੋਚਦੇ ਹਨ ਕਿ ਸਾਇੰਟਿਸਟ ਸਿਰਫ ਲੜਕੇ ਹੀ ਹੋ ਸਕਦੇ ਹਨ, ਲੜਕੀਆਂ ਨਹੀਂ ਹੋ ਸਕਦੀਆਂ। ਅਧਿਆਪਕ ਨੂੰ ਇਸ ਸੰਬੰਧੀ ਆਪਦੀ ਸੋਚ ਬਦਲਣ ਬਾਰੇ ਕਿਹਾ ਗਿਆ ਜੀ। NCF 2005 ਵਿੱਚ ਕੀ ਗੱਲ ਕੀਤੀ ਗਈ ਹੈ ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਮੌਕੇ ਮਿਲਣ। ਪਾਠਕ੍ਰਮ ਨੂੰ ਵੀ ਉਸ ਤਰ੍ਹਾਂ ਬਣਾਉਣਾ ਚਾਹੀਦਾ ਹੈ ਕਿ ਕੁੜੀਆਂ ਨੂੰ ਵੱਧ ਤੋਂ ਵੱਧ ਮੌਕੇ ਮਿਲਣ, ਅਤੇ ਸ਼੍ਰੇਣੀ ਕਮਰਾ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿੱਥੇ ਕੁੜੀਆਂ ਵੀ ਆਪਣੀ ਗੱਲ ਖੁੱਲ੍ਹ ਕੇ ਕਹਿ ਸਕਣ। ਹਾਂਜੀ, ਦੂਜਾ ਪੁਆਇੰਟ ਜੋ ਆਪਾਂ ਗੱਲ ਕਰ ਰਹੇ ਹਾਂ, ਭਾਸ਼ਾ। ਸਿੱਖਣ ਦੀ ਪ੍ਰਕਿਰਿਆ ਵਿੱਚ ਭਾਸ਼ਾ ਸਭ ਤੋਂ ਮਹੱਤਵਪੂਰਨ ਅਤੇ ਤਾਕਤਵਰ ਪੱਖ ਹੈ ਜੀ। ਭਾਸ਼ਾ ਤੁਹਾਨੂੰ ਪਤਾ ਹੀ ਹੈ, ਇਸ ਖੇਤਰ ਵਿੱਚ ਅਨੇਕਾਂ ਖੋਜਾਂ ਹੋ ਚੁੱਕੀਆਂ ਹਨ ਕਿ ਜਿਹੜੀਆਂ ਇਹ ਦਰਸਾਉਂਦੀਆਂ ਹਨ ਕਿ ਬੱਚੇ ਦੀ ਮਾਤ ਭਾਸ਼ਾ ਜਾਂ ਘਰ ਦੀ ਭਾਸ਼ਾ ਹੀ ਉਸਦੇ ਸਿੱਖਣ ਲਈ ਸਭ ਤੋਂ ਵਧੀਆ ਸਾਬਤ ਹੁੰਦੀ ਹੈ। ਹਾਂਜੀ, ਬੱਚੇ ਦੀ ਜੋ ਵੀ ਮਾਤ ਭਾਸ਼ਾ ਹੈ, ਜੇ ਬੱਚਾ ਪੰਜਾਬੀ ਹੈ ਜਾਂ ਹਿੰਦੀ, ਗੁਜਰਾਤੀ ਹੈ, ਜੋ ਵੀ ਉਸਦੀ ਭਾਸ਼ਾ ਹੈ, ਉਹੀ ਭਾਸ਼ਾ ਵਿੱਚ ਉਸ ਨੂੰ ਸਕੂਲ ਦਾ ਕੰਮ ਕਰਵਾਉਣਾ ਚਾਹੀਦਾ ਹੈ, ਤਾਂ ਹੀ ਉਹ ਜ਼ਿਆਦਾ ਜਲਦੀ ਸਿੱਖ ਸਕਦਾ ਜੀ। ਭਾਵ ਮੁੱਢਲੀ ਸਿੱਖਿਆ ਦਾ ਮਾਧਿਅਮ ਜੇਕਰ ਬੱਚੇ ਦੀ ਮਾਤ ਭਾਸ਼ਾ ਹੋਵੇ, ਤੁਹਾਨੂੰ ਪਹਿਲਾਂ ਹੀ ਦੱਸਿਆ, ਮੁੱਢਲੀ ਸਹਾਇਤਾ ਦਾ ਮਾਧਿਅਮ ਜੇ ਬੱਚੇ ਦੀ ਮਾਤ ਭਾਸ਼ਾ ਹੋਵੇ ਤਾਂ ਉਸਦੇ ਸਿੱਖਣ ਅਤੇ ਸੰਕਲਪਾਂ ਦੇ ਨਿਰਮਾਣ ਵਿੱਚ ਸਹਾਈ ਸਿੱਧ ਹੁੰਦਾ ਹੈ। ਉਸਦੇ ਸਿੱਖਣ ਅਤੇ ਸੰਕਲਪਾਂ ਦਾ ਨਿਰਮਾਣ ਜੋ ਹੈ ਉਹ ਜਲਦੀ ਹੁੰਦਾ ਹੈ। ਪ੍ਰਸਿੱਧ ਸਿੱਖਿਆ ਸ਼ਾਸਤਰੀ ਵਗੋਸਕੀ ਅਨੁਸਾਰ ਭਾਸ਼ਾ ਬੱਚੇ ਦੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜੀ। ਇਹ ਬੌਧਿਕ ਅਨੁਕੂਲਤਾ ਦਾ ਸ਼ਕਤੀਸ਼ਾਲੀ ਜ਼ਰੀਆ ਹੈ। ਇਹ ਬੱਚੇ ਦੇ ਅੰਤਰਵੀ ਬੋਲਾਂ ਅਤੇ ਵਿਚਾਰਾਂ ਦਾ ਆਧਾਰ ਬਣਦੀ ਹੈ। ਅੰਤਰਵੀ ਜੋ ਅੰਦਰੋਂ ਬੱਚੇ ਦੇ ਆਵਾਜ਼ਾਂ ਆਉਂਦੀਆਂ ਹਨ, ਅੰਦਰ ਦੇ ਵਿਚਾਰ ਹਨ ਜੀ, ਉਹਨਾਂ ਦਾ ਆਧਾਰ ਬਣਦੀ ਹੈ। ਸਾਡਾ ਦੇਸ਼ ਇੱਕ ਬਹੁਭਾਸ਼ਾਈ ਦੇਸ਼ ਹੈ। ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਭਾਸ਼ਾਵਾਂ ਇੱਥੇ ਬੋਲੀਆਂ ਜਾਂਦੀਆਂ ਹਨ ਜੀ। ਇਹ ਭਾਸ਼ਾਈ ਵਿਭਿੰਨਤਾ ਸਾਡੇ ਸਕੂਲਾਂ ਅਤੇ ਸ਼੍ਰੇਣੀਆਂ ਵਿੱਚ ਵੀ ਨਜ਼ਰ ਆਉਂਦੀ ਹੈ। ਬਹੁਤ ਵਾਰ ਅਜਿਹਾ ਹੁੰਦਾ ਕਿ ਸਕੂਲ ਅਤੇ ਕਿਤਾਬਾਂ ਦੀ ਭਾਸ਼ਾ ਬੱਚੇ ਦੇ ਘਰ ਦੀ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਸਿੱਟੇ ਵਜੋਂ ਇਹ ਬੱਚੇ ਪੜ੍ਹਾਈ ਵਿੱਚ ਪਿਛੜ ਜਾਂਦੇ ਹਨ, ਆਪਣੇ ਆਪ ਨੂੰ ਨਲਾਇਕ ਸਮਝਣਾ ਸ਼ੁਰੂ ਕਰ ਦਿੰਦੇ ਹਨ ਅਤੇ ਹੌਲੀ ਹੌਲੀ ਸਕੂਲ ਛੱਡ ਜਾਂਦੇ ਹਨ ਜੀ। ਬਾਕੀ ਵਿਸ਼ਿਆਂ ਦੇ ਨਾਲ ਵਿਗਿਆਨ ਦੀ ਸ਼੍ਰੇਣੀ ਵਿੱਚ ਵੀ ਬੱਚਿਆਂ ਨਾਲ ਅਧਿਆਪਕ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਹੋਰ ਸਮੱਸਿਆ ਹੈ ਕਿ ਵਿਗਿਆਨ ਦੀ ਸਿੱਖਿਆ ਨਾਲ ਸੰਬੰਧਿਤ ਜ਼ਿਆਦਾਤਰ ਵਿਸ਼ਾ ਵਸਤੂ ਮੁੱਖ ਤੌਰ 'ਤੇ ਅੰਗਰੇਜ਼ੀ ਅਤੇ ਕੁਝ ਹੱਦ ਤੱਕ ਹਿੰਦੀ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਬੋਲੀਆਂ ਜਾ ਰਹੀਆਂ ਦੂਜੀਆਂ ਭਾਸ਼ਾਵਾਂ ਵਿੱਚ ਬੱਚਿਆਂ ਲਈ ਕਿਤਾਬਾਂ ਅਤੇ ਸਟੱਡੀ ਮਟੀਰੀਅਲ ਦੀ ਘਾਟ ਹੈ, ਜਿਸ ਦੇ ਚੱਲਦਿਆਂ ਇਹ ਬੱਚੇ ਸ਼੍ਰੇਣੀ ਵਿੱਚ ਨੁਕਸਾਨ ਉਠਾਉਂਦੇ ਹਨ। ਹਾਂਜੀ, ਤੁਹਾਨੂੰ ਪਤਾ ਹੀ ਹੈ, ਜੇਕਰ ਤੁਸੀਂ ਪੰਜਾਬ ਵਿੱਚੋਂ ਤਾਂ ਤੁਸੀਂ 10th ਤੋਂ ਬਾਅਦ ਨੋਨ ਮੈਡੀਕਲ ਜਾਂ ਮੈਡੀਕਲ ਕਰਨਾ ਹੋਵੇ ਤਾਂ ਤੁਹਾਨੂੰ ਸਿਰਫ ਇੰਗਲਿਸ਼ ਵਿੱਚ ਹੀ ਉਹ ਮੀਡੀਅਮ ਮਿਲੇਗਾ ਜੀ, ਪੰਜਾਬੀ ਵਿੱਚ ਨਹੀਂ ਮਿਲਦਾ। ਇਸ ਲਈ ਕਿਉਂਕਿ ਇਹਨਾਂ ਨੇ ਕਿਹਾ ਹੈ ਵਿਗਿਆਨ ਦੀ ਸਿੱਖਿਆ ਜ਼ਿਆਦਾਤਰ ਵਿਸ਼ਾ ਵਸਤੂ ਜੋ ਵੀ ਸਟੱਡੀ ਮਟੀਰੀਅਲ ਹੈ ਉਹ ਅੰਗਰੇਜ਼ੀ ਵਿੱਚ ਹੀ ਵਿਕਸਿਤ ਕੀਤਾ ਗਿਆ ਹੈ। ਦੇਸ਼ ਦੀਆਂ ਹੋਰ ਬੋਲੀਆਂ ਵਿੱਚ, ਹਿੰਦੀ ਵਿੱਚ ਕੁਝ ਹੱਦ ਤੱਕ ਹੈ ਜੀ, ਅਤੇ ਦੇਸ਼ ਦੀਆਂ ਦੂਸਰੀਆਂ ਬੋਲੀਆਂ ਵਿੱਚ ਉਸ ਦਾ ਪਾਠਕ੍ਰਮ ਨਹੀਂ ਦਿੱਤਾ ਗਿਆ ਜੀ। NCF 2005 ਵਿੱਚ ਜ਼ੋਰਦਾਰ ਸਿਫਾਰਸ਼ ਕੀਤੀ ਗਈ ਹੈ ਕਿ ਹਰ ਸਕੂਲ, ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੀ, ਮੁੱਢਲੀ ਸਿੱਖਿਆ ਦਾ ਮਾਧਿਅਮ ਉਸ ਖੇਤਰ ਦੀ ਭਾਸ਼ਾ ਹੋਣਾ ਚਾਹੀਦਾ ਹੈ। ਗ੍ਰਾਮੀਣ ਅਤੇ ਆਦੀਵਾਸੀਆਂ ਦੇ ਖੇਤਰਾਂ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜੀ ਰੱਖਣ ਲਈ ਕਿਤਾਬਾਂ ਅਤੇ ਸਿੱਖਣ ਸਮੱਗਰੀ ਨੂੰ ਉਹਨਾਂ ਦੀ ਭਾਸ਼ਾ ਵਿੱਚ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਅਧਿਆਪਕ ਨੂੰ ਬਹੁਤ ਸੰਵੇਦਨਾ ਤੋਂ ਕੰਮ ਲੈਂਦਿਆਂ ਇਹਨਾਂ ਬੱਚਿਆਂ ਨਾਲ ਵਿਚਰਨਾ ਚਾਹੀਦਾ ਹੈ। ਕਿਸੇ ਵੀ ਪੱਧਰ ਉੱਤੇ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਦੇ ਸਿੱਟੇ ਵਜੋਂ ਇਹ ਬੱਚੇ ਆਪਣੀ ਵੱਖਰੀ ਭਾਸ਼ਾ ਕਾਰਨ ਮਜ਼ਾਕ ਦੇ ਪਾਤਰ ਬਣਨ ਅਤੇ ਹੀਨ ਭਾਵਨਾ ਦੇ ਸ਼ਿਕਾਰ ਹੋਣ। ਅਧਿਆਪਕ ਨੂੰ ਸ਼੍ਰੇਣੀ ਵਿੱਚ ਬੱਚਿਆਂ ਦੇ ਪਿਛੋਕੜ, ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਸਤਿਕਾਰ ਦਰਸਾਉਣਾ ਚਾਹੀਦਾ ਹੈ ਅਤੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਬਹੁ ਗਿਣਤੀ ਨਾਲ ਸੰਬੰਧਿਤ ਬੱਚੇ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਵੱਖਰੇ ਹੋਣ ਕਾਰਨ ਪਰੇਸ਼ਾਨ ਨਾ ਕਰਨ। ਸ਼੍ਰੇਣੀ ਕਮਰੇ ਜਾਂ ਸਕੂਲ ਵਿੱਚ ਭਾਸ਼ਾਈ ਘੱਟ ਗਿਣਤੀ ਸਮੂਹ ਦੇ ਬੱਚਿਆਂ ਨੂੰ ਇੱਕ ਹੋਰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਬੋਲਣ ਦਾ ਲਿਹਾਜ਼ਾ ਅਤੇ ਉਚਾਰਨ। ਅਸੀਂ ਜਾਣਦੇ ਹਾਂ ਕਿ ਹਰ ਖੇਤਰ ਵਿੱਚ ਬੋਲਣ ਦਾ ਲਿਹਾਜ਼ਾ ਅਤੇ ਉਚਾਰਨ ਵੱਖਰਾ ਵੱਖਰਾ ਹੈ। ਹਾਂਜੀ, ਆਪਾਂ ਜੇ ਪੰਜਾਬੀ ਬੋਲਦੇ ਹਾਂ ਤਾਂ ਇਸ ਦਾ ਉਚਾਰਨ ਆਪਾਂ ਅਲੱਗ ਤਰ੍ਹਾਂ ਕਰਦੇ ਹਾਂ, ਜੇ ਆਪਾਂ ਹਿੰਦੀ ਬੋਲਾਂਗੇ ਉਸ ਦਾ ਉਚਾਰਨ ਵੀ ਅਲੱਗ ਤਰ੍ਹਾਂ ਹੁੰਦਾ ਹੈ। ਸੋ ਸ਼ੁਰੂ ਵਿੱਚ ਅਧਿਆਪਕ ਨੂੰ ਭਾਸ਼ਾ ਦੀ ਸ਼ੁੱਧਤਾ ਉੱਤੇ ਜ਼ੋਰ ਨਹੀਂ ਦੇਣਾ ਚਾਹੀਦਾ। ਇਹਨਾਂ ਬੱਚਿਆਂ ਦੀ ਬੋਲੀ ਨੂੰ ਉਸੇ ਤਰ੍ਹਾਂ ਸਵੀਕਾਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਬੋਲਦੇ ਹਨ। ਸ਼੍ਰੇਣੀ ਵਿੱਚ ਭਾਸ਼ਾ ਦੇ ਮਸਲਾ ਹਰ ਪੱਧਰ ਭਾਵ ਰਾਸ਼ਟਰੀ ਜਾਂ ਰਾਜ ਉੱਤੇ ਨਜ਼ਰ ਆਉਂਦਾ ਹੈ। ਉਦਾਹਰਣ ਵਜੋਂ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਹੀ ਬਿਹਾਰ, UP, ਛੱਤੀਸਗੜ੍ਹ ਅਤੇ ਝਾਰਖੰਡ ਆਦਿ ਸੂਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਦਾਖਲ ਹੁੰਦੇ ਹਨ। ਸਾਡੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਪੰਜਾਬੀ ਹੈ। ਜ਼ਿਆਦਾਤਰ ਬੱਚੇ ਵੀ ਪੰਜਾਬੀ ਬੋਲਦੇ ਹਨ। ਸਿੱਟੇ ਵਜੋਂ ਦੂਜਿਆਂ ਸੂਬਿਆਂ ਨਾਲ ਸੰਬੰਧਿਤ ਬੱਚੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਇਸੇ ਤਰ੍ਹਾਂ ਹੀ
ਉਹ ਬੱਚਾ ਜਿਹੜਾ ਕਿਸੇ ਪੰਜਾਬੀ ਮਾਧਿਅਮ ਸਕੂਲ ਵਿੱਚੋਂ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਦਾਖਲ ਹੁੰਦਾ ਹੈ, ਸਿੱਖਣ ਸੰਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ। ਜੇ ਕੋਈ ਬੱਚਾ, ਤੁਹਾਨੂੰ ਪਤਾ ਹੀ ਹੈ, ਹੁਣ ਤੁਸੀਂ ਪੰਜਾਬੀ ਮੀਡੀਅਮ ਦੇ ਪੜ੍ਹੇ ਹੋ ਅਤੇ ਤੁਸੀਂ ਫਿਰ ਇੰਗਲਿਸ਼ ਮੀਡੀਅਮ ਵਿੱਚ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ, ਸਾਡੇ ਦੇਸ਼ ਦੇ ਸਕੂਲਾਂ ਵਿੱਚ ਭਾਸ਼ਾ ਇੱਕ ਬਹੁਤ ਹੀ ਗੁੰਝਲਦਾਰ ਮਸਲਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਹਰ ਬੱਚਾ ਉੱਚ ਗੁਣਵੱਤਾ ਵਾਲੀ ਵਿਗਿਆਨ ਦੀ ਸਿੱਖਿਆ ਹਾਸਲ ਕਰੇ ਤਾਂ ਵਿਗਿਆਨ ਦੀ ਸਿੱਖਿਆ ਉਸ ਦੀ ਪਹੁੰਚ ਵਿੱਚ ਹੋਵੇ, ਤਾਂ ਸਾਨੂੰ NCF ਦੀਆਂ ਸਿਫਾਰਸ਼ਾਂ 'ਤੇ ਅਮਲ ਕਰਦਿਆਂ ਹੋਇਆਂ ਰਾਸ਼ਟਰੀ ਰਾਜ ਸਕੂਲ ਪੱਧਰ ਤੱਕ ਯਤਨ ਕਰਨੇ ਹੋਣਗੇ। ਅਧਿਆਪਕਾਂ ਨੂੰ ਭਾਸ਼ਾ ਦੇ ਮਸਲੇ ਪ੍ਰਤੀ ਵੱਖਰੀ ਭਾਸ਼ਾ ਦੇ ਮਸਲੇ ਪ੍ਰਤੀ ਹੋਰ ਸੰਵੇਦਨਸ਼ੀਲ ਬਣਨਾ ਪਵੇਗਾ। ਖੇਤਰ ਦੀ ਮੁੱਖ ਭਾਸ਼ਾ ਨੂੰ ਮੁੱਢਲੀ ਸਿੱਖਿਆ ਦਾ ਮਾਧਿਅਮ ਬਣਾਉਣਾ ਪਵੇਗਾ ਅਤੇ ਮੁੱਢਲੀ ਸਿੱਖਿਆ ਵਿੱਚ ਬੱਚੇ ਦੀ ਮਾਤ ਭਾਸ਼ਾ ਦੀ ਅਹਿਮੀਅਤ ਨੂੰ ਸਵੀਕਾਰਨਾ ਹੋਵੇਗਾ ਜੀ। ਹਾਂਜੀ, ਦੂਜਾ ਪੁਆਇੰਟ ਆਪਾਂ ਭਾਸ਼ਾ ਵਾਲਾ ਪੜ੍ਹਿਆ ਹੈ। ਭਾਸ਼ਾ ਹੀ ਸਿੱਖਣ ਦੀ ਪ੍ਰਕਿਰਿਆ ਵਿੱਚ ਇਹਨਾਂ ਨੇ ਕਿਹਾ ਸੀ ਭਾਸ਼ਾ ਸਭ ਤੋਂ ਮਹੱਤਵਪੂਰਨ ਅਤੇ ਤਾਕਤਵਰ ਪੱਖ ਹੈ ਜੀ। ਜਦੋਂ ਆਪਾਂ ਕੁਛ ਵੀ ਸਿੱਖਦੇ ਹਾਂ, ਆਪਾਂ ਆਪਦੀ ਮਾਂ ਬੋਲੀ ਵਿੱਚ ਹੀ ਜ਼ਿਆਦਾਤਰ ਸਿੱਖਦੇ ਹਾਂ ਜੀ। ਇਸ ਖੇਤਰ ਵਿੱਚ ਅਨੇਕਾਂ ਖੋਜਾਂ ਹੋ ਚੁੱਕੀਆਂ ਨੇ ਜਿਹੜੀਆਂ ਦਰਸਾਉਂਦੀਆਂ ਨੇ ਬੱਚੇ ਦੀ ਮਾਤ ਭਾਸ਼ਾ ਜਾਂ ਘਰ ਦੀ ਭਾਸ਼ਾ ਹੀ ਉਸਦੇ ਸਿੱਖਣ ਲਈ ਸਭ ਤੋਂ ਵਧੀਆ ਸਾਧਨ ਜਾਂ ਸਾਬਤ ਹੋ ਸਕਦੀ ਹੈ ਜੀ। ਭਾਵ ਮੁੱਢਲੀ ਸਿੱਖਿਆ ਦਾ ਮਾਧਿਅਮ ਉਸਦੀ ਮਾਤ ਭਾਸ਼ਾ ਹੀ ਹੋਣੀ ਚਾਹੀਦੀ ਹੈ ਜੀ। ਉਸ ਤੋਂ ਬਾਅਦ ਵਿਗੋਸਕੀ, ਜੋ ਪ੍ਰਸਿੱਧ ਸ਼ਾਸਤਰੀ ਸੀ, ਸਿੱਖਿਆ ਸ਼ਾਸਤਰੀ, ਉਸਨੇ ਕਿਹਾ ਜੀ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਬੱਚੇ ਦੀ ਭਾਸ਼ਾ ਨਿਭਾਉਂਦੀ ਹੈ ਜੀ। ਇਹ ਬੱਚੇ ਦੇ ਆਪਦੇ ਅੰਦਰਲੇ ਵਿਚਾਰਾਂ ਦਾ ਆਧਾਰ ਬਣਦੀ ਹੈ ਜੀ। ਸਾਡਾ ਦੇਸ਼ ਤੁਹਾਨੂੰ ਪਤਾ ਹੀ ਹੈ ਬਹੁ ਭਾਸ਼ਾਈ ਦੇਸ਼ ਹੈ ਜੀ। ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਆਪਣੇ ਇੱਥੇ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 22 ਭਾਸ਼ਾਵਾਂ ਤੁਹਾਨੂੰ ਦੱਸਿਆ ਰਾਸ਼ਟਰੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਮਾਨਤਾ ਪ੍ਰਾਪਤ। ਇਹ ਭਾਸ਼ਾਈ ਵਿਭਿੰਨਤਾ ਸਾਡੇ ਸਕੂਲਾਂ ਸ਼੍ਰੇਣੀਆਂ ਵਿੱਚ ਵੀ ਨਜ਼ਰ ਆਉਂਦੀ ਹੈ ਜੀ। ਬਹੁਤ ਸਾਰੇ ਵਾਰ ਅਜਿਹਾ ਹੁੰਦਾ ਕਿ ਸਕੂਲ ਅਤੇ ਕਿਤਾਬਾਂ ਦੀ ਭਾਸ਼ਾ ਬੱਚੇ ਦੇ ਘਰ ਦੀ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ ਅਤੇ ਜਿਹੜੇ ਬੱਚੇ ਉਹ ਪੜ੍ਹਾਈ ਵਿੱਚ ਹੀ ਪਿਛੜ ਜਾਂਦੇ ਹਨ, ਆਪਣੇ ਆਪ ਨੂੰ ਨਲਾਇਕ ਸਮਝਣਾ ਸ਼ੁਰੂ ਕਰਦੇ ਹਨ ਅਤੇ ਹੌਲੀ ਹੌਲੀ ਸਕੂਲ ਹੀ ਛੱਡ ਜਾਂਦੇ ਨੇ। ਬਾਕੀ ਵਿਸ਼ਿਆਂ ਦੇ ਨਾਲ ਵਿਗਿਆਨ ਦੀ ਸ਼੍ਰੇਣੀ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਹੋਰ ਸਮੱਸਿਆ ਕਿ ਵਿਗਿਆਨ ਦੀ ਸਿੱਖਿਆ ਦਾ ਸੰਬੰਧਿਤ ਜ਼ਿਆਦਾਤਰ ਵਿਸ਼ਾ ਵਸਤੂ ਜੋ ਸਟੱਡੀ ਮਟੀਰੀਅਲ ਹੈ ਉਹ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੈ। ਕੁਝ ਹੱਦ ਤੱਕ ਹੀ ਉਹ ਹਿੰਦੀ ਭਾਸ਼ਾ ਵਿੱਚ ਵਿਕਸਿਤ ਕੀਤਾ ਗਿਆ ਅਤੇ ਦੇਸ਼ ਦੀਆਂ ਦੂਜੀਆਂ ਭਾਸ਼ਾਵਾਂ ਜਿਵੇਂ ਪੰਜਾਬੀ, ਗੁਜਰਾਤੀ, ਅਸਾਮੀ, ਬੰਗਾਲੀ ਵਿੱਚ ਇਸ ਤਰ੍ਹਾਂ ਦਾ ਮਟੀਰੀਅਲ ਨਹੀਂ ਹੈ। ਇਸ ਲਈ ਜੋ ਬੱਚੇ ਪੰਜਾਬ ਦੇ ਹਨ ਜਾਂ ਅਸਾਮ ਦੇ ਲਗਾ ਲਓ ਜੀ, ਉਹ ਜੇ ਨੋਨ ਮੈਡੀਕਲ ਜਾਂ ਮੈਡੀਕਲ ਸਾਇੰਸ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇੰਗਲਿਸ਼ ਵਿੱਚ ਹੀ ਕਰਨੀ ਪਵੇਗੀ। ਕੁਝ ਹੀ ਹੱਦ ਤੱਕ ਹਿੰਦੀ ਵਿੱਚ ਇਹ ਉਪਲਬਧ ਹੈ ਜੀ, ਜਿਸ ਦੇ ਚੱਲਦੇ ਬੱਚਿਆਂ ਨੂੰ ਬਹੁਤ ਹੀ ਨੁਕਸਾਨ ਉਠਾਉਣਾ ਪੈਂਦਾ ਜੀ। NCF 2005 ਵਿੱਚ ਜ਼ੋਰਦਾਰ ਸਿਫਾਰਿਸ਼ ਕੀਤੀ ਗਈ ਸੀ ਕਿ ਹਰ ਸਕੂਲ, ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੋਵੇ, ਵਿੱਚ ਮੁੱਢਲੀ ਸਿੱਖਿਆ ਦਾ ਮਾਧਿਅਮ ਹੀ ਉਸ ਖੇਤਰ ਦੀ ਭਾਸ਼ਾ ਹੀ ਹੋਣੀ ਚਾਹੀਦੀ ਹੈ। ਗ੍ਰਾਮੀਣ ਅਤੇ ਆਦੀਵਾਸੀ ਖੇਤਰਾਂ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜੀ ਰੱਖਣ ਲਈ ਕਿਤਾਬਾਂ ਅਤੇ ਸਿੱਖਣ ਸਮੱਗਰੀ ਨੂੰ ਉਹਨਾਂ ਦੀ ਭਾਸ਼ਾ ਵਿੱਚ ਵਿਕਸਿਤ ਕੀਤਾ ਜਾਣਾ ਚਾਹੀਦਾ ਜੀ। ਅਧਿਆਪਕ ਨੂੰ ਸੰਵੇਦਨਾ ਤੋਂ ਕੰਮ ਲੈਂਦੇ ਹੋਏ ਇਹਨਾਂ ਬੱਚਿਆਂ ਨਾਲ ਵਿਚਰਨਾ ਚਾਹੀਦਾ ਹੈ। ਸ਼੍ਰੇਣੀ ਕਮਰੇ ਜਾਂ ਸਕੂਲ ਵਿੱਚ ਭਾਸ਼ਾਈ ਘੱਟ ਗਿਣਤੀ ਸਮੂਹ ਦੇ ਬੱਚਿਆਂ ਨੂੰ ਇੱਕ ਹੋਰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿ ਉਹ ਕਿਸ ਤਰ੍ਹਾਂ ਬੋਲਣ ਦਾ ਉਹਨਾਂ ਦਾ ਲਿਹਾਜ਼ ਹੈ ਜੀ। ਜਿਵੇਂ ਹੁਣ ਤੁਹਾਨੂੰ ਪਤਾ, ਉਦਾਹਰਨ ਵਜੋਂ ਦੱਸਿਆ, ਪੰਜਾਬ ਦੇ ਸਕੂਲਾਂ ਵਿੱਚ ਬਿਹਾਰ, ਯੂਪੀ, ਛੱਤੀਸਗੜ੍ਹ ਅਤੇ ਝਾਰਖੰਡ ਤੋਂ ਆਏ ਸੂਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ ਅਤੇ ਉਹ ਹੀ ਬੱਚੇ ਦਾਖਲ ਕਰਾਉਂਦੇ ਹਨ। ਅਤੇ ਸਾਡੇ ਸਕੂਲਾਂ ਦਾ ਤੁਹਾਨੂੰ ਪਤਾ ਪੰਜਾਬ ਦੇ ਜੋ ਮੀਡੀਅਮ ਹੈ ਜੀ ਪੰਜਾਬੀ ਹੈ, ਅਤੇ ਜਿਸ ਕਾਰਨ ਉਹ ਬੱਚਿਆਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ। ਅਤੇ ਇਸੇ ਤਰ੍ਹਾਂ ਹੀ ਜੇ ਆਪਾਂ ਪੰਜਾਬੀ ਮਾਧਿਅਮ ਸਕੂਲ ਵਿੱਚ ਪੜ੍ਹਦੇ ਹਾਂ ਅਤੇ ਆਪਾਂ ਕੱਲ੍ਹ ਨੂੰ ਇੰਗਲਿਸ਼ ਸਕੂਲ ਵਿੱਚ ਮਾਧਿਅਮ ਵਿੱਚ ਦਾਖਲ ਹੋਣਾ ਹੈ ਤਾਂ ਆਪਾਂ ਨੂੰ ਵੀ ਸਿੱਖਣ ਸੰਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਉਸ ਬੱਚੇ ਨੂੰ ਸਾਹਮਣਾ ਕਰਨਾ ਪੈਂਦਾ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਦੇ ਸਕੂਲਾਂ ਵਿੱਚ ਭਾਸ਼ਾ ਇੱਕ ਬਹੁਤ ਹੀ ਗੁੰਝਲਦਾਰ ਮਸਲਾ ਜੀ। ਜੇਕਰ ਅਸੀਂ ਚਾਹੁੰਦੇ ਹੋਏ ਵੀ ਹਰ ਬੱਚੇ ਉੱਚ ਗੁਣਵੱਤਾ ਵਾਲੀ ਵਿਗਿਆਨ ਦੀ ਸਿੱਖਿਆ ਹਾਸਲ ਕਰੇ ਤਾਂ ਵਿਗਿਆਨ ਦੀ ਸਿੱਖਿਆ ਉਸ ਦੀ ਪਹੁੰਚ ਵਿੱਚ ਹੋਵੇ, ਤਾਂ ਸਾਨੂੰ NCF ਦੀਆਂ ਸਿਫਾਰਸ਼ਾਂ ਉੱਤੇ ਅਮਲ ਕਰਨਾ ਚਾਹੀਦਾ ਹੈ ਜੋ ਉਹਨਾਂ ਨੇ ਸਿਫਾਰਸ਼ਾਂ ਦਿੱਤੀਆਂ ਸਨ। ਰਾਸ਼ਟਰੀ ਅਤੇ ਰਾਜ ਪੱਧਰ ਤੱਕ ਯਤਨ ਕਰਨੇ ਹੋਣਗੇ। ਅਧਿਆਪਕਾਂ ਨੂੰ ਭਾਸ਼ਾ ਪ੍ਰਤੀ ਵੱਖਰੀ ਭਾਸ਼ਾ ਦੇ ਮਸਲੇ ਪ੍ਰਤੀ ਹੋਰ ਸੰਵੇਦਨਸ਼ੀਲ ਬਣਨਾ ਪਵੇਗਾ। ਹਾਂਜੀ, ਤੀਸਰਾ ਪੁਆਇੰਟ ਜੋ ਆਪਾਂ ਪੜ੍ਹਿਆ ਹੈ, ਪਹਿਲੇ ਦੋ ਪੁਆਇੰਟ ਆਪਾਂ ਪਹਿਲਾਂ ਪੜ੍ਹੇ ਲਿੰਗ ਭੇਦ ਅਤੇ ਸੈਕਿੰਡ ਪੁਆਇੰਟ ਪੜ੍ਹਿਆ ਆਪਾਂ ਭਾਸ਼ਾ ਹੀ। ਪੁਆਇੰਟ ਤੁਹਾਨੂੰ ਕਿਹਾ ਹੀ ਮੈਂ ਯਾਦ ਕਰਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ। ਥਰਡ ਪੁਆਇੰਟ ਆਪਾਂ ਕਰਦੇ ਹਾਂ ਸਮਾਜੀ ਸੱਭਿਆਚਾਰਕ ਵਿਭਿੰਨਤਾ। ਸੱਭਿਆਚਾਰ ਇੱਕ ਵਿਸ਼ਾਲ ਅਰਥਾਂ ਵਾਲਾ ਵੱਡਾ ਅਤੇ ਬਹੁਅਰਥੀ ਸ਼ਬਦ ਹੈ। ਸਾਡੇ ਜੀਵਨ ਨਾਲ ਜੁੜੀ ਹਰ ਵਸਤੂ, ਰਹਿਣ ਸਹਿਣ, ਖਾਣ ਪੀਣ, ਰਸਮੋ ਰਿਵਾਜ, ਸੰਸਕਾਰ, ਮਾਨਤਾਵਾਂ, ਵਿਸ਼ਵਾਸ, ਟੈਕਨੋਲੋਜੀ ਅਤੇ ਸਮਾਜਿਕ ਸੰਸਥਾਵਾਂ ਇਸ ਵਿੱਚ ਸ਼ਾਮਲ ਹਨ। ਸੱਭਿਆਚਾਰ ਵਿਅਕਤੀ ਦੇ ਮਾਨਸਿਕ ਵਿਕਾਸ ਅਤੇ ਸਿੱਖਣ ਨੂੰ ਪ੍ਰਭਾਵਿਤ ਕਰਦਾ ਹੈ।
ਬੱਚੇ ਦੇ ਮਾਨਸਿਕ ਵਿਕਾਸ ਨੂੰ ਸਹੀ ਰੂਪ ਵਿੱਚ ਸਮਾਜਿਕ ਸੱਭਿਆਚਾਰ ਸਦਰੰਭ ਵਿੱਚ ਹੀ ਸਮਝਿਆ ਜਾ ਸਕਦਾ ਹੈ। ਰੂਸੀ ਮਨੋਵਿਗਿਆਨੀ ਵਗੋਸਕੀ ਨੇ ਬੱਚੇ ਦੇ ਮਾਨਸਿਕ ਵਿਕਾਸ ਅਤੇ ਸਿੱਖਣ ਵਿੱਚ ਸਮਾਜਿਕ ਅੰਤਰਕਿਰਿਆ ਅਤੇ ਸੱਭਿਆਚਾਰ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਹੈ। ਉਸ ਅਨੁਸਾਰ ਸੱਭਿਆਚਾਰ ਬੌਧਿਕ ਅਨੁਕੂਲਨ ਦਾ ਸਾਧਨ ਹੈ। ਇਸ ਤੋਂ ਇਲਾਵਾ ਸੱਭਿਆਚਾਰ ਸਾਡੇ ਸਿੱਖਣ ਦੇ ਤਰੀਕੇ ਨੂੰ ਪ੍ਰਭਾਵਿਤ ਕਰਦਾ ਹੈ। ਸੋ ਅਧਿਆਪਕ ਨੂੰ ਸ਼੍ਰੇਣੀ ਵਿੱਚ ਬੱਚਿਆਂ ਨਾਲ ਵਿਚਰਦੇ ਸਮੇਂ ਉਹਨਾਂ ਦੇ ਸਮਾਜੀ ਸੱਭਿਆਚਾਰ ਪਿਛੋਕੜ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਜੀ। ਸਾਡਾ ਦੇਸ਼ ਇੱਕ ਬਹੁਤ ਸੱਭਿਆਚਾਰੀ ਦੇਸ਼ ਹੈ ਜੀ। ਇੰਨੇ ਸਮਾਜੀ ਸੱਭਿਆਚਾਰਕ ਵਿਭਿੰਨਤਾ ਹੋਰ ਕਿਸੇ ਵੀ ਦੇਸ਼ ਵਿੱਚ ਨਹੀਂ ਮਿਲਦੀ ਜਿੰਨੀ ਕਿ ਸਾਡੇ ਦੇਸ਼ ਵਿੱਚ ਮਿਲਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਰਗਾਂ ਵਿੱਚ ਸਮਾਜਿਕ ਅਤੇ ਆਰਥਿਕ ਪਾੜਾ ਬਹੁਤ ਵੱਡਾ ਹੀ। ਸਾਡੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਸਮਾਜਿਕ, ਆਰਥਿਕ ਅਤੇ ਧਾਰਮਿਕ ਪੱਖੋਂ ਭਿੰਨ-ਭਿੰਨ ਹੋ ਸਕਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਬੱਚੇ ਦਾ ਪਿਛੋਕੜ ਉਸਦੇ ਸਿੱਖਣ ਵਿੱਚ ਰੁਕਾਵਟ ਬਣ ਜਾਂਦਾ ਹੈ। ਖਾਸ ਤੌਰ 'ਤੇ ਕਬੀਲੇ, ਆਦੀਵਾਸੀਆਂ, ਪਛੜੇ ਵਰਗ ਅਤੇ ਗ੍ਰਾਮੀਣ ਖੇਤਰਾਂ ਨਾਲ ਸੰਬੰਧਿਤ ਬੱਚਿਆਂ ਨੂੰ ਸ਼੍ਰੇਣੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਆਪਕ ਇਹਨਾਂ ਬਾਰੇ ਅਕਸਰ ਇਹ ਕਹਿ ਦਿੰਦੇ ਹਨ ਕਿ ਇਹ ਬੱਚੇ ਵਿਗਿਆਨ ਦਾ ਵਿਸ਼ਾ ਨਹੀਂ ਪੜ੍ਹ ਸਕਦੇ। ਇਹਨਾਂ ਬੱਚਿਆਂ ਦੇ ਪਿਛੜ ਜਾਣ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ ਅਧਿਆਪਕਾਂ ਦੀ ਗਲਤ ਪੂਰਵ ਧਾਰਨਾ, ਅਢੁਕਵਾਂ ਪਾਠਕ੍ਰਮ, ਸਕੂਲ ਅਤੇ ਕਿਤਾਬਾਂ, ਘੱਟ ਗਿਣਤੀ ਸਮੂਹ ਨਾਲ ਸੰਬੰਧਿਤ ਹੋਣਾ। ਇਸ ਮਸਲੇ ਨੂੰ NCF 2005 ਵਿੱਚ ਇੱਕ ਬਹੁਤ ਹੀ ਖੂਬਸੂਰਤ ਉਦਾਹਰਣ ਦੁਆਰਾ ਪੇਸ਼ ਕੀਤਾ ਗਿਆ ਜੀ। ਇਹ ਉਦਾਹਰਣ ਜਾਨਾਬਾਈ ਨਾਮ ਦੀ ਲੜਕੀ ਨਾਲ ਸੰਬੰਧਿਤ ਹੈ, ਜਿਹੜੀ ਦੂਰ ਪਹਾੜੀ ਖੇਤਰ ਦੇ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਹੈ। ਉਸ ਦੀ ਜੀਵ ਵਿਗਿਆਨ ਦੀ ਅਧਿਆਪਕਾ ਕਹਿੰਦੀ ਹੈ ਕਿ ਇਹ ਕੁੜੀ ਵਿਗਿਆਨ ਦੇ ਸੰਕਲਪਾਂ ਨੂੰ ਨਹੀਂ ਸਮਝ ਸਕਦੀ। ਜਾਨਾਬਾਈ ਫਸਲ ਦੇ ਬੀਜਣ ਅਤੇ ਕੱਟਣ ਸਮੇਂ ਖੇਤਾਂ ਵਿੱਚ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰਦੀ ਹੈ। ਕਈ ਵਾਰ ਆਪਣੇ ਵੱਡੇ ਭਰਾ ਨਾਲ ਬੱਕਰੀਆਂ ਚਰਾਉਣ ਜਾਂਦੀ ਹੈ ਅਤੇ ਆਪਣੀ ਛੋਟੀ ਭੈਣ ਨੂੰ ਸੰਭਾਲਣ ਵਿੱਚ ਹੀ ਸਹਾਇਤਾ ਕਰਦੀ ਹੈ। ਇਹਨਾਂ ਦਿਨਾਂ ਵਿੱਚ ਉਹ 8 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਨੇੜੇ ਦੇ ਸੈਕੰਡਰੀ ਸਕੂਲ ਵਿੱਚ ਪੜ੍ਹਨ ਜਾਂਦੀ ਹੈ। ਜਾਨਾਬਾਈ ਦਾ ਆਪਣੇ ਕੁਦਰਤੀ ਵਾਤਾਵਰਣ ਨਾਲ ਬਹੁਤ ਨੇੜਲਾ ਰਿਸ਼ਤਾ ਹੈ। ਉਹ ਵੱਖ-ਵੱਖ ਪੌਦਿਆਂ ਦਾ ਭੋਜਨ, ਦਵਾਈਆਂ, ਬਾਲਣ, ਰੰਗਾਈ ਅਤੇ ਘਰ ਬਣਾਉਣ ਵਿੱਚ ਵਰਤੋਂ ਬਾਰੇ ਜਾਣਦੀ ਹੈ। ਵੱਖ-ਵੱਖ ਪੌਦਿਆਂ ਦੀ ਵਰਤੋਂ ਬਾਰੇ ਗਿਆਨ ਰੱਖਦੀ ਹੈ। ਉਹ ਰੁੱਖਾਂ ਜਾਂ ਪੌਦਿਆਂ ਦੀ ਸ਼ਕਲ, ਆਕਾਰ, ਗੰਧ, ਬਣਤਰ ਆਦਿ ਦੇ ਆਧਾਰ ਉੱਤੇ ਉਹਨਾਂ ਵਿੱਚ ਆਉਂਦੇ ਮੌਸਮੀ ਬਦਲਾਵਾਂ ਨੂੰ ਦੱਸ ਸਕਦੀ ਹੈ। ਉਹ ਆਪਣੇ ਆਲੇ-ਦੁਆਲੇ ਦੇ ਸੈਂਕੜੇ ਹੀ ਪੌਦਿਆਂ ਨੂੰ ਪਛਾਣ ਸਕਦੀ ਹੈ, ਜਿਨ੍ਹਾਂ ਬਾਰੇ ਉਸਦੀ ਅਧਿਆਪਕਾ ਵੀ ਨਹੀਂ ਜਾਣਦੀ ਹੋਵੇਗੀ, ਜਿਹੜੀ ਇਹ ਕਹਿ ਰਹੀ ਹੈ ਕਿ ਜਾਨਾਬਾਈ ਇੱਕ ਨਲਾਇਕ ਵਿਦਿਆਰਥੀ ਹੈ। ਜਾਨਾਬਾਈ ਵਰਗੇ ਸ਼੍ਰੇਣੀ ਵਿੱਚ ਹੀ ਕਈ ਵਿਦਿਆਰਥੀ ਹੋ ਸਕਦੇ ਹਨ, ਜਿਹੜੇ ਬਹੁਤ ਕੁਝ ਜਾਣਦੇ ਹੋਏ ਵੀ ਵਿਗਿਆਨ ਵਿੱਚ ਪਿਛੜ ਜਾਂਦੇ ਹਨ, ਕਿਉਂਕਿ ਸਿਲੇਬਸ, ਵਰਤੀ ਜਾਂਦੀ ਭਾਸ਼ਾ ਅਤੇ ਸਕੂਲ ਦਾ ਵਾਤਾਵਰਣ ਉਹਨਾਂ ਦੇ ਅਨੁਭਵਾਂ ਅਤੇ ਗਿਆਨ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਸ਼੍ਰੇਣੀ ਵਿੱਚ ਪੜ੍ਹਾਈ ਜਾਂਦੀ ਸਾਇੰਸ ਇਹਨਾਂ ਬੱਚਿਆਂ ਦੇ ਅਨੁਭਵਾਂ ਤੋਂ ਉਲਟਾ ਸੂਖਮ ਸੰਕਲਪਾਂ, ਲੰਬੇ ਪਾਠਾਂ ਅਤੇ ਔਖੀ ਭਾਸ਼ਾ ਨਾਲ ਭਰੀ ਹੁੰਦੀ ਹੈ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਵਿਗਿਆਨ ਦੀ ਸਿੱਖਿਆ ਗ੍ਰਹਿਣ ਕਰਨ ਜਾਂ ਵਿਗਿਆਨ ਸਾਰਿਆਂ ਦੀ ਪਹੁੰਚ ਵਿੱਚ ਹੋਵੇ, ਤਾਂ ਸਾਨੂੰ ਉਪਰੋਕਤ ਪੱਖਾਂ ਅਤੇ ਮਸਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਸਿਸਟਮ ਨੂੰ ਬਦਲਣਾ ਪਵੇਗਾ। ਇਸ ਤੋਂ ਇਲਾਵਾ ਸ਼੍ਰੇਣੀ ਵਿੱਚ ਅਧਿਆਪਕ ਨੂੰ ਬਹੁਤ ਹੀ ਸੰਵੇਦਨਸ਼ੀਲ ਹੋ ਕੇ ਚੱਲਣ ਦੀ ਲੋੜ ਹੈ। ਹਰ ਬੱਚੇ ਦੀ ਭਾਸ਼ਾ, ਧਰਮ ਅਤੇ ਸੱਭਿਆਚਾਰ ਦਾ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਸਮਾਜੀ ਸੱਭਿਆਚਾਰਕ ਸਮੂਹ ਨਾਲ ਸੰਬੰਧ ਰੱਖਦਾ ਹੋਵੇ। ਹਾਂਜੀ, ਥਰਡ ਪੁਆਇੰਟ ਜੋ ਆਪਾਂ ਕੀਤਾ ਹੈ, ਸੱਭਿਆਚਾਰਕ ਵਿਭਿੰਨਤਾ, ਸਮਾਜੀ ਸੱਭਿਆਚਾਰਕ ਵਿਭਿੰਨਤਾ। ਸਾਡਾ ਜੋ ਦੇਸ਼ ਹੈ, ਤੁਹਾਨੂੰ ਪਤਾ ਹੈ, ਇਹਦੀ ਸੱਭਿਆਚਾਰਕ ਵਿਭਿੰਨਤਾ ਵੀ ਬਹੁਤ ਹੈ। ਸਾਡਾ ਰਹਿਣ ਸਹਿਣ, ਖਾਣ ਪੀਣ, ਰਸਮ ਰਿਵਾਜ, ਸੰਸਕਾਰ, ਮਾਨਤਾਵਾਂ, ਵਿਸ਼ਵਾਸ ਜਿਹੜੇ ਇਹ ਵੀ ਅਲੱਗ-ਅਲੱਗ ਨਹੀਂ। ਸੱਭਿਆਚਾਰ ਵਿਅਕਤੀ ਦੇ ਮਾਨਸਿਕ ਅਤੇ ਸਿੱਖਣ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦਾ ਹੀ। ਇਸ ਵਿੱਚ ਹੀ ਆਰਥਿਕ ਵੀ ਸੱਭਿਆਚਾਰ ਸ਼ਾਮਲ ਹੁੰਦਾ ਹੈ, ਜੋ ਸਮਾਜਿਕ ਵੀ ਹੁੰਦਾ ਹੈ, ਗਰੀਬੀ ਵੀ ਇਸ ਵਿੱਚ ਸ਼ਾਮਲ ਹੁੰਦੀ ਹੈ। ਸਾਡਾ ਦੇਸ਼ ਇੱਕ ਬਹੁਤ ਸੱਭਿਆਚਾਰੀ ਦੇਸ਼ ਹੈ। ਇੰਨੀ ਸਮਾਜੀ ਸੱਭਿਆਚਾਰਕ ਵਿਭਿੰਨਤਾ ਹੋਰ ਕਿਸੇ ਦੇਸ਼ ਵਿੱਚ ਨਹੀਂ ਮਿਲਦੀ ਜਿੰਨੇ ਸਾਡੇ ਦੇਸ਼ ਵਿੱਚ ਮਿਲਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਰਗਾਂ ਵਿੱਚ ਹੀ ਸਮਾਜਿਕ ਅਤੇ ਆਰਥਿਕ ਪਾੜਾ ਵੀ ਬਹੁਤ ਵੱਡਾ, ਆਰਥਿਕ ਅਮੀਰ ਗਰੀਬ ਵਾਲਾ। ਕਈ ਵਾਰ ਅਜਿਹਾ ਹੁੰਦਾ ਕਿ ਬੱਚੇ ਦਾ ਪਿਛੋਕੜ ਉਸਦੇ ਸਿੱਖਣ ਵਿੱਚ ਰੁਕਾਵਟ ਬਣ ਜਾਂਦਾ ਜੀ। ਖਾਸ ਤੌਰ 'ਤੇ ਕਬੀਲੇ ਵਾਲੇ ਜੋ ਬੱਚੇ ਹਨ, ਆਦੀਵਾਸੀਆਂ ਨੇ ਜਾਂ ਪਿਛੜੇ ਵਰਗਾਂ ਦੇ ਗ੍ਰਾਮੀਣ ਖੇਤਰਾਂ ਵਿੱਚ ਸੰਬੰਧਿਤ ਬੱਚੇ ਹਨ ਜੀ। ਅਧਿਆਪਕ ਇਹਨਾਂ ਬਾਰੇ ਅਕਸਰ ਇਹ ਕਹਿ ਦਿੰਦੇ ਹਨ ਕਿ ਇਹ ਬੱਚੇ ਵਿਗਿਆਨ ਦਾ ਵਿਸ਼ਾ ਨਹੀਂ ਪੜ੍ਹ ਸਕਦੇ। ਇਹਨਾਂ ਬੱਚਿਆਂ ਦੇ ਪਿਛੜ ਜਾਣ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ ਪਹਿਲੀ ਉਦਾਹਰਨ ਤਾਂ ਹੋ ਗਈ ਅਧਿਆਪਕ ਦੀ ਗਲਤ ਪੂਰਵ ਧਾਰਨਾ ਜੀ। ਫਿਰ ਢੁਕਵਾਂ ਪਾਠਕ੍ਰਮ ਜੋ ਹੋ ਗਿਆ, ਸਕੂਲਾਂ ਅਤੇ ਕਿਤਾਬਾਂ ਹੋ ਗਈ, ਘੱਟ ਗਿਣਤੀ ਸਮੂਹ ਨਾਲ ਸੰਬੰਧਿਤ ਹੋਣਾ ਹੋ ਗਿਆ। ਇਸ ਮਸਲੇ ਨੂੰ NCF 2005 ਵਿੱਚ ਇੱਕ ਬਹੁਤ ਹੀ ਖੂਬਸੂਰਤ ਉਦਾਹਰਣ ਰਾਹੀਂ ਪੇਸ਼ ਕੀਤਾ ਗਿਆ। ਇਹ ਉਦਾਹਰਣ ਕਹਿੰਦੀ ਜਾਨਾਬਾਈ ਨਾਂ ਦੀ ਇੱਕ ਲੜਕੀ ਹੈ, ਜਿਹੜੀ ਕਿ ਦੂਰ ਪਹਾੜੀ ਖੇਤਰ ਵਿੱਚ ਹੀ ਛੋਟੇ ਪਿੰਡ ਵਿੱਚ ਰਹਿੰਦੀ ਹੈ। ਉਸ ਦੀ ਜੀਵ ਵਿਗਿਆਨ ਦੀ ਅਧਿਆਪਕਾ ਕਹਿੰਦੀ ਹੈ ਕਿ ਉਹ ਕੁੜੀ ਵਿਗਿਆਨ ਦੇ ਸੰਕਲਪਾਂ ਨੂੰ ਨਹੀਂ ਸਮਝ ਸਕਦੀ।
ਜਾਨਾ ਬਾਈ ਫਸਲ ਦੇ ਬੀਜਣ ਅਤੇ ਕੱਟਣ ਸਮੇਂ ਖੇਤਾਂ ਵਿੱਚ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰਦੀ ਹੈ। ਕਈ ਵਾਰ ਆਪਣੇ ਵੱਡੇ ਭਰਾ ਨਾਲ ਬੱਕਰੀਆਂ ਚਰਾਉਣ ਜਾਂਦੀ ਹੈ। ਆਪਣੀ ਛੋਟੀ ਭੈਣ ਨੂੰ ਸੰਭਾਲਣ ਵਿੱਚ ਸਹਾਇਤਾ ਕਰਦੀ ਹੈ। ਇਹਨਾਂ ਦਿਨਾਂ ਵਿੱਚ ਉਹ 8 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਨੇੜੇ ਦੇ ਸੈਕੰਡਰੀ ਸਕੂਲ ਵਿੱਚ ਪੜ੍ਹਨ ਜਾਂਦੀ ਹੈ। ਜਾਨਾ ਬਾਈ ਦਾ ਆਪਣੇ ਕੁਦਰਤੀ ਵਾਤਾਵਰਨ ਨਾਲ ਬਹੁਤ ਨੇੜਲਾ ਰਿਸ਼ਤਾ ਹੈ। ਉਹ ਵੱਖ-ਵੱਖ ਪੌਦਿਆਂ ਦਾ ਭੋਜਨ, ਦਵਾਈਆਂ, ਬਾਲਣ, ਰੰਗਾਈ ਅਤੇ ਘਰ ਬਣਾਉਣ ਵਿੱਚ ਵਰਤੋਂ ਬਾਰੇ ਜਾਣਦੀ ਹੈ। ਵੱਖ-ਵੱਖ ਪੌਦਿਆਂ ਦੀ ਵਰਤੋਂ ਬਾਰੇ ਗਿਆਨ ਰੱਖਦੀ ਹੈ ਔਰ ਰੁੱਖਾਂ ਜਾਂ ਪੌਦਿਆਂ ਦੀ ਸ਼ਕਲ, ਆਕਾਰ, ਗੰਧ, ਬਣਤਰ ਆਦਿ ਦੇ ਆਧਾਰ ਉੱਤੇ ਉਹਨਾਂ ਵਿੱਚ ਆਉਂਦੇ ਮੌਸਮੀ ਬਦਲਾਵਾਂ ਨੂੰ ਦੱਸ ਸਕਦੀ ਹੈ। ਉਹ ਆਪਣੇ ਆਲੇ ਦੁਆਲੇ ਦੇ ਸੈਂਕੜੇ ਹੀ ਪੌਦਿਆਂ ਨੂੰ ਪਛਾਣ ਸਕਦੀ ਹੈ ਜਿਨ੍ਹਾਂ ਬਾਰੇ ਸ਼ਾਇਦ ਉਸਦੀ ਅਧਿਆਪਕ ਵੀ ਨਹੀਂ ਜਾਣਦੀ ਹੋਵੇ, ਜਿਹੜੀ ਇਹ ਕਹਿ ਰਹੀ ਸੀ ਕਿ ਜਾਨਾ ਬਾਈ ਇੱਕ ਨਲਾਇਕ ਵਿਦਿਆਰਥੀ ਹੈ। ਦੇਖ ਲਓ ਤੁਸੀਂ, ਜਾਨਾ ਬਾਈ ਵਰਗੇ ਸ਼੍ਰੇਣੀ ਵਿੱਚ ਕਈ ਵਿਦਿਆਰਥੀ ਹੋ ਸਕਦੇ ਹਨ ਜਿਹੜੇ ਬਹੁਤ ਹੀ ਕੁਝ ਜਾਣਦੇ ਹੋਏ ਵਿਗਿਆਨ ਵਿੱਚ ਪਿਛੜ ਜਾਂਦੇ ਹਨ, ਜਿਨ੍ਹਾਂ ਨੂੰ ਵੀ ਪ੍ਰੈਕਟੀਕਲ ਨੌਲੇਜ ਤਾਂ ਜ਼ਿਆਦਾ ਹੈ ਪਰ ਕਿਤਾਬੀ ਕਈ ਵਾਰੀ ਨੌਲੇਜ ਥੋੜ੍ਹੀ ਘੱਟ ਹੁੰਦੀ ਹੈ। ਪਰ ਜ਼ਿੰਦਗੀ ਵਿੱਚ ਤੁਹਾਨੂੰ ਇੱਕ ਗੱਲ ਦੱਸਦਾ ਮੈਂ, ਕਿਤਾਬੀ ਨੌਲੇਜ ਨਾਲੋਂ ਪ੍ਰੈਕਟੀਕਲ ਨੌਲੇਜ ਹੀ ਜ਼ਿਆਦਾ ਕੰਮ ਆਉਂਦੀ ਹੈ ਜੀ, ਕਿਉਂਕਿ ਸਿਲੇਬਸ, ਵਰਤੀ ਜਾਂਦੀ ਭਾਸ਼ਾ ਅਤੇ ਸਕੂਲ ਦਾ ਵਾਤਾਵਰਨ ਉਹਨਾਂ ਦੇ ਅਨੁਭਵ ਅਤੇ ਗਿਆਨ ਤੋਂ ਬਿਲਕੁਲ ਵੱਖਰਾ ਹੁੰਦਾ ਜੀ। ਸ਼੍ਰੇਣੀ ਵਿੱਚ ਪੜ੍ਹਾਈ ਜਾਂਦੀ ਸਾਇੰਸ ਇਹਨਾਂ ਬੱਚਿਆਂ ਦੇ ਅਨੁਭਵਾਂ ਤੋਂ ਉਲਟਾ ਸੂਖਮ ਸੰਕਲਪਾਂ ਵਾਲਾ ਲੰਬੇ ਪਾਠਾਂ ਅਤੇ ਔਖੀ ਭਾਸ਼ਾ ਨਾਲ ਭਰੀ ਹੁੰਦੀ ਹੈ। ਸੋ ਜੇਕਰ ਅਸੀਂ ਚਾਹੁੰਦੇ ਕਿ ਸਾਰੇ ਬੱਚੇ ਵਿਗਿਆਨ ਦੀ ਸਿੱਖਿਆ ਗ੍ਰਹਿਣ ਕਰਨ ਜਾਂ ਵਿਗਿਆਨ ਸਾਰਿਆਂ ਦੀ ਪਹੁੰਚ ਵਿੱਚ ਹੋਵੇ, ਸਾਨੂੰ ਉਪਰੋਕਤ ਪੱਖਾਂ ਦੇ ਮਸਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਸਿਸਟਮ ਨੂੰ ਬਦਲਣਾ ਪਵੇਗਾ ਜੀ। ਇਸ ਤੋਂ ਇਲਾਵਾ ਸ਼੍ਰੇਣੀ ਵਿੱਚ ਅਧਿਆਪਕਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਹੋ ਕੇ ਚੱਲਣ ਦੀ ਲੋੜ ਹੈ। ਹਰ ਬੱਚੇ ਦੀ ਭਾਸ਼ਾ, ਧਰਮ ਅਤੇ ਸੱਭਿਆਚਾਰ ਦਾ ਸਤਿਕਾਰ ਰਹਿਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਸਮਾਜਿਕ ਸੱਭਿਆਚਾਰਕ ਸਮੂਹ ਨਾਲ ਸੰਬੰਧ ਰੱਖਦਾ ਹੋਵੇ ਜੀ। ਹਾਂਜੀ, ਇਸ ਦੇ ਨਾਲ ਹੀ ਆਪਣੀ ਇਹ ਕਲਾਸ ਖਤਮ ਹੋ ਗਈ ਹੈ। ਹਾਂਜੀ, ਅੱਜ ਦੀ ਕਲਾਸ ਵਿੱਚ ਆਪਾਂ ਕੀ ਕੀਤਾ, ਵਿਗਿਆਨ ਦੀ ਸ਼੍ਰੇਣੀ ਵਿੱਚ ਲਿੰਗ ਭੇਦ, ਭਾਸ਼ਾ, ਸੱਭਿਆਚਾਰ ਅਤੇ ਬਰਾਬਰਤਾ ਦੇ ਮਸਲੇ ਬਾਰੇ ਗੱਲ ਕੀਤੀ ਹੈ ਜੀ। ਭਾਰਤ ਵਿਭਿੰਨਤਾਵਾਂ ਭਰਿਆ ਦੇਸ਼ ਹੈ ਜੀ, ਆਪਾਂ ਪਤਾ ਹੀ ਤੁਹਾਨੂੰ। ਇਹਨਾਂ ਵਿਭਿੰਨਤਾਵਾਂ ਆਧਾਰ ਕੇ ਧਰਮ ਹੈ, ਜਾਤੀ ਹੈ, ਨਸਲ ਹੈ, ਅਤੇ ਇਹ ਵਿਭਿੰਨਤਾਵਾਂ ਸਾਡੇ ਸਮਾਜ ਵਿੱਚ ਹੁੰਦੇ ਹੋਏ ਕਿੱਥੇ ਆ ਜਾਂਦੀਆਂ ਹਨ, ਸਾਡੇ ਸਕੂਲਾਂ ਵਿੱਚ ਅਤੇ ਸਾਡੇ ਕਲਾਸਾਂ, ਸ਼੍ਰੇਣੀ ਕਮਰਿਆਂ ਵਿੱਚ ਵੀ ਆ ਜਾਂਦੀਆਂ ਹਨ। ਸਾਡੀਆਂ ਸ਼੍ਰੇਣੀਆਂ ਵਿੱਚ ਬੈਠੇ ਬੱਚੇ ਹੀ ਬਹੁਤ ਸਾਰੇ ਪੱਖਾਂ ਤੋਂ ਇੱਕ ਦੂਜੇ ਨਾਲੋਂ ਵਿਭਿੰਨ ਹੁੰਦੇ ਹਨ ਜੀ। ਹਰ ਬੱਚੇ ਦੀ ਸਿੱਖਣ ਦੀ ਆਪਣੀ ਸਮੱਸਿਆ ਹੋ ਸਕਦੀ ਹੈ, ਹਰ ਬੱਚੇ ਦੀ ਕੋਈ ਨਾ ਕੋਈ ਸਮੱਸਿਆ ਹੋ ਸਕਦੀ ਹੈ ਜੀ। ਇਹ ਸਮੱਸਿਆ ਦਾ ਆਧਾਰ ਕੀ ਹੋ ਸਕਦਾ ਜੀ? ਭਾਸ਼ਾ ਹੋ ਸਕਦੀ ਹੈ ਜਾਂ ਲਿੰਗ ਭੇਦ ਹੋ ਸਕਦਾ, ਆਰਥਿਕ ਕਾਰਨ ਹੋ ਸਕਦੇ ਹਨ, ਉਸ ਦੀ ਗਰੀਬੀ ਹੋ ਸਕਦੀ ਹੈ ਜੀ, ਸੱਭਿਆਚਾਰਕ ਪਰਛੇਵਾਂ ਹੋ ਸਕਦਾ, ਉਸ ਦਾ ਜੋ ਸੱਭਿਆਚਾਰ ਉਹ ਵੀ ਪਿਛੜਿਆ ਹੋ ਸਕਦਾ। ਬੱਚਿਆਂ ਵਿੱਚ ਬਹੁਤ ਸਾਰੇ ਪਹਿਲੀ ਪੀੜ੍ਹੀ ਦੇ ਸਿਖਿਆਰਥੀ ਹੋ ਸਕਦੇ ਹਨ ਜਿਨ੍ਹਾਂ ਦੇ ਸਿੱਖਣ ਸੰਬੰਧੀ ਵੱਖਰੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਅਸੀਂ ਸਾਰੇ ਬੱਚਿਆਂ ਨੂੰ ਇੱਕੋ ਜਿਹੀ ਗੁਣਵੱਤਾ ਭਰੀ ਸਿੱਖਿਆ ਦੇਣੀ ਹੈ ਤਾਂ ਸਾਨੂੰ ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਵਿਗਿਆਨ ਦੀ ਸਿੱਖਿਆ ਨੂੰ ਸਮਾਜਿਕ ਬਦਲਾਅ ਅਤੇ ਸਮਾਜਿਕ ਆਰਥਿਕ ਪਾੜੇ ਨੂੰ ਘਟਾਉਣ ਲਈ ਇੱਕ ਸਾਧਨ ਵਜੋਂ ਵਰਤਣਾ ਪਵੇਗਾ। ਵਿਗਿਆਨ ਲਿੰਗ ਭੇਦ, ਜਾਤੀ, ਧਰਮ, ਭਾਸ਼ਾ ਆਦਿ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ। ਹਰ ਬੱਚੇ ਲਈ ਵਧੀਆ ਸਿੱਖਿਆ ਯਕੀਨੀ ਬਣਾਉਣ ਲਈ ਸਾਨੂੰ ਵਿਭਿੰਨਤਾ ਦਾ ਸਤਿਕਾਰ ਕਰਨਾ ਪਵੇਗਾ। ਜੋ ਵੀ ਸਾਡੇ ਦੇਸ਼ ਵਿੱਚ ਵਿਭਿੰਨਤਾ ਹੈ ਉਸ ਨੂੰ ਉਸੇ ਤਰ੍ਹਾਂ ਹੀ ਸਾਨੂੰ ਸਵੀਕਾਰਨਾ ਪਵੇਗਾ ਅਤੇ ਉਸੇ ਅਨੁਸਾਰ ਹੀ ਸਾਨੂੰ ਚੱਲਣਾ ਪਵੇਗਾ ਜੀ। ਵਿਗਿਆਨ ਜੋ ਹੈ ਲਿੰਗ ਭੇਦ, ਇਸ ਨੂੰ ਮਾਨਤਾ ਦੇਣੀ ਹੋਵੇਗੀ ਜੋ ਹਰ ਬੱਚੇ ਦਾ ਸਵੈਮਾਨ ਕਾਇਮ ਰਹਿ ਸਕੇ, ਭਾਵੇਂ ਉਹ ਕਿਸੇ ਵੀ ਜਾਤੀ, ਧਰਮ, ਲਿੰਗ ਜਾਂ ਖੇਤਰ ਨਾਲ ਸੰਬੰਧ ਰੱਖਦਾ ਹੋਵੇ। ਬੱਚੇ ਦੀ ਵਿਸ਼ੇਸ਼ਤਾ ਅਤੇ ਵਖਰੇਵਾਪਨ ਨੂੰ ਉਸਦੇ ਸਿੱਖਣ ਵਿੱਚ ਰੁਕਾਵਟ ਨਹੀਂ ਬਣਨੇ ਚਾਹੀਦੇ, ਸਗੋਂ ਫਾਇਦੇਮੰਦ ਸਾਬਤ ਹੋਣੇ ਚਾਹੀਦੇ ਹਨ। ਵਿਗਿਆਨ ਦੀ ਸ਼੍ਰੇਣੀ ਵਿੱਚ ਬੱਚਿਆਂ ਦੇ ਸਿੱਖਣ ਅਤੇ ਉਹਨਾਂ ਦੀ ਲਿੰਗ ਭੇਦ, ਭਾਸ਼ਾ ਅਤੇ ਸੱਭਿਆਚਾਰ ਆਦਿ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ। ਇਹ 3 ਹੀ ਪੁਆਇੰਟ ਹਨ। ਪਹਿਲਾ, ਜੋ ਲਿੰਗ ਭੇਦ ਮੁੰਡੇ ਅਤੇ ਕੁੜੀਆਂ ਵਾਲਾ ਤੁਹਾਨੂੰ ਦੱਸਿਆ ਹੀ, ਕੁੜੀਆਂ ਨੂੰ ਘੱਟ ਮੌਕੇ ਮਿਲਦੇ ਹਨ ਜਾਂ ਕਿ ਅਧਿਆਪਕ ਹੀ ਕਈ ਵਾਰੀ ਸਮਝ ਲੈਂਦਾ ਹੈ ਕਿ ਕੁੜੀਆਂ ਸਾਇੰਸ ਵਿਸ਼ਾ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੀਆਂ। ਇਹ ਪਹਿਲਾਂ ਤੋਂ ਆਪਣੀ ਪੂਰਵ ਧਾਰਨਾ ਬਣੀ ਹੋਈ ਹੈ ਜੋ ਆਪਣੇ ਮਨਾਂ ਵਿੱਚ ਪਹਿਲਾਂ ਤੋਂ ਹੀ ਲੋਕਾਂ ਨੇ ਬਿਠਾ ਰੱਖੀ ਹੈ ਜੀ, ਪਰ ਹੁਣ ਦੁਨੀਆ ਬਦਲ ਚੁੱਕੀ ਹੈ, ਤੁਹਾਨੂੰ ਪਤਾ ਹੀ ਹੈ ਜੀ। ਉਸ ਤੋਂ ਬਾਅਦ ਨੰਬਰ 2 ਆਪਾਂ ਪੜ੍ਹਿਆ ਸੀ ਭਾਸ਼ਾ ਜੀ, ਭਾਸ਼ਾ ਬਾਰੇ ਪੜ੍ਹਿਆ ਸੀ। ਭਾਸ਼ਾ ਕਿਸ ਤਰ੍ਹਾਂ ਰੁਕਾਵਟ ਬਣਦੀ ਹੈ। ਅਲੱਗ-ਅਲੱਗ ਭਾਸ਼ਾਵਾਂ ਨੇ, ਕਈ ਵਾਰੀ ਤੁਹਾਨੂੰ ਦੱਸਿਆ ਸਾਇੰਸ ਦਾ ਸਿਲੇਬਸ ਹੀ ਆਪਣੇ ਪੰਜਾਬੀ ਭਾਸ਼ਾ ਵਿੱਚ ਉਪਲਬਧ ਨਹੀਂ ਹੈ ਜੀ। ਸਾਇੰਸ ਜੇ ਤੁਹਾਨੂੰ ਦੱਸਿਆ, ਤੁਹਾਨੂੰ ਉਦਾਹਰਨ ਇੰਨੀ ਵਧੀਆ ਦਿੱਤੀ ਜੀ। ਸਾਇੰਸ ਜੇ ਤੁਸੀਂ ਮੈਡੀਕਲ ਜਾਂ ਨੋਨ ਮੈਡੀਕਲ ਕਰਨਾ +1 +2 ਵਿੱਚ ਤਾਂ ਤੁਹਾਨੂੰ ਸਾਇੰਸ ਇੰਗਲਿਸ਼ ਵਿੱਚ ਹੀ ਕਰਨੀ ਪਵੇਗੀ, ਪੰਜਾਬੀ ਵਿੱਚ ਕਿਉਂਕਿ ਪਾਠਕ੍ਰਮ ਉਪਲਬਧ ਨਹੀਂ ਹੈ ਜੀ। ਅਤੇ 3rd ਪੁਆਇੰਟ ਆਪਾਂ ਕੀਤਾ ਜੀ ਸੱਭਿਆਚਾਰਿਕ ਵਿਭਿੰਨਤਾ, ਸਮਾਜੀ ਸੱਭਿਆਚਾਰਿਕ ਵਿਭਿੰਨਤਾ। ਜੋ ਸੱਭਿਆਚਾਰਿਕ ਵਿਭਿੰਨਤਾ ਜਿਹਦੇ ਵਿੱਚ ਜਾਨਾ ਬਾਈ ਦੇ ਆਪਾਂ ਉਦਾਹਰਨ ਕੀਤੀ ਹੈ, ਜੋ ਪਿਛੜੇ ਹੋਏ ਇਲਾਕੇ, ਆਦੀਵਾਸੀ ਜਾਂ ਕਬੀਲੇ ਹੋਏ ਇਲਾਕੇ ਹਨ, ਉਹ ਸੱਭਿਆਚਾਰ ਉਹਨਾਂ ਦਾ ਪਿਛੜਿਆ ਹੋਇਆ ਅਤੇ ਉਹਨਾਂ ਬਾਰੇ ਅਧਿਆਪਕ ਪਹਿਲਾਂ ਤੋਂ ਗਲਤ
ਅਨੁਮਾਨ ਲਗਾ ਲੈਂਦੇ ਹਨ ਕਿ ਇਹ ਪੜ੍ਹ ਨਹੀਂ ਸਕਦੇ, ਪਰ ਉਹ ਬੱਚੇ ਹੀ ਬਹੁਤ ਕੁਝ ਕਰ ਸਕਦੇ ਹਨ। ਸਾਨੂੰ ਕਿਸੇ ਬਾਰੇ ਇਸ ਤਰ੍ਹਾਂ ਦੀ ਧਾਰਨਾ ਹੀ ਆਪਣੇ ਮਨ ਵਿੱਚ ਨਹੀਂ ਰੱਖਣੀ ਚਾਹੀਦੀ। ਹਾਂਜੀ, ਇਸ ਦੇ ਨਾਲ ਹੀ ਆਪਣੀ ਇਹ 19ਵੀਂ ਕਲਾਸ ਖਤਮ ਹੋ ਗਈ ਹੈ। ਇਸ ਤੋਂ ਬਾਅਦ ਤੁਹਾਨੂੰ 20ਵੀਂ ਕਲਾਸ 21ਵੀਂ ਔਰ 22ਵੀਂ 23ਵੀਂ 23 ਕਲਾਸਾਂ ਲੱਗਣਗੀਆਂ ਜੀ। ਅਤੇ 24ਵੀਂ ਕਲਾਸ ਵਿੱਚ ਮੈਂ ਤੁਹਾਨੂੰ ਹੀ ਪ੍ਰੀਵੀਅਸ ਈਅਰ ਪੇਪਰ ਜੋ ਆਪਣੇ ਆਇਆ ਸੀ 17-19 ਵਿੱਚ ਹੀ ਉਹ ਸੋਲਵ ਕਰਾ ਦੇਵਾਂਗਾ। ਹਾਂਜੀ, ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾ ਦਿਓ, ਸ਼ੇਅਰ ਕਰ ਦਿਓ ਵੀਡੀਓਜ਼ ਨੂੰ, ਲਾਈਕ ਕਰੋ ਜੀ, ਕਮੈਂਟ ਕਰੋ ਜੇ ਕੋਈ ਚੀਜ਼ ਦੀ ਨਹੀਂ ਸਮਝ ਆਈ। ਥੈਂਕ ਯੂ ਜੀ।